प्यारे विद्यार्थियों, मेरे चैनल बायो हैल्थ अकैडमी ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਕਿਰਨ ਸ਼ਰਮਾ, ਲੈਕਚਰਰ ਬਾਇਓਲੋਜੀ। ਅਸੀਂ ਵਾਤਾਵਰਣ ਸਿੱਖਿਆ ਦਾ ਚੈਪਟਰ 6 ਜਿਹੜਾ ਕਰ ਰਹੇ ਹਾਂ। ਆਲਰੇਡੀ ਸਾਡੇ 2 ਲੈਕਚਰਸ ਹੋ ਚੁੱਕੇ ਹਨ ਔਰ ਅੱਜ ਅਸੀਂ ਲੈਕਚਰ 3 ਦੇ ਉੱਤੇ ਪਹੁੰਚ ਗਏ ਹਾਂ। ਇਹਨਾਂ ਪਹਿਲੇ 2 ਲੈਕਚਰਸ ਦੇ ਵਿੱਚ ਆਪਾਂ ਵਾਤਾਵਰਣੀ ਪ੍ਰਬੰਧਨ ਦੇ 2 ਪੜਾਅ ਕੀਤੇ। ਆਰਥਿਕ ਪਾਲਿਸੀਜ਼ ਬਣਾਉਣਾ ਤੇ ਵਾਤਾਵਰਣ ਨੂੰ ਕਿਵੇਂ ਬਚਾਉਣ ਦੇ ਲਈ ਆਪਾਂ ਕੋਸ਼ਿਸ਼ਾਂ ਕਰ ਸਕਦੇ ਹਾਂ ਆਰਥਿਕ ਪਾਲਿਸੀਜ਼ ਬਣਾਉਂਦੇ ਹੋਏ। ਦੂਸਰਾ ਸੀਗਾ ਸਾਡਾ ਬਹੁਤ ਇੰਪੋਰਟੈਂਟ ਜੈਵਿਕ ਸੂਚਕ, ਜਿਹਦੇ ਵਿੱਚ ਅਸੀਂ ਪੌਦਿਆਂ ਨੂੰ ਐਜ਼ ਸੂਚਕ ਜਿਹੜਾ ਪੜ੍ਹਿਆ, ਫਿਰ ਅਸੀਂ ਜੰਤੂਆਂ ਨੂੰ ਸੂਚਕ ਦੇ ਤੌਰ ਦੇ ਉੱਤੇ ਪੜ੍ਹਿਆ, ਫਿਰ ਆਪਾਂ ਸੂਖਮ ਜੀਵਾਂ ਨੂੰ ਪੜ੍ਹਿਆ। ਤਾਂ ਇਹ ਨਾਲ ਨਾਲ ਮੈਂ ਤੁਹਾਨੂੰ ਉਹਦੇ ਪਿਕਚਰਸ ਵੀ ਦਿਖਾਈਆਂ ਸੀਗੀਆਂ। ਤਾਂ ਹੁਣ ਅਸੀਂ ਪਹੁੰਚ ਗਏ ਲੈਕਚਰ 3 ਦੇ ਵਿੱਚ, ਜਿਹੜਾ ਤੀਸਰਾ ਸਾਡਾ ਪੜਾਅ ਹੈ ਮਿਆਰ ਨਿਰਧਾਰਿਤ ਕਰਨਾ। ਸੋ ਮਤਲਬ ਸੈਟਿੰਗ ਦਾ ਸਟੈਂਡਰਡਸ। ਠੀਕ ਹੈ ਕਿ ਜਦੋਂ ਵੀ ਅਸੀਂ ਵਾਤਾਵਰਣੀ ਪ੍ਰਬੰਧਨ ਜਿਹੜਾ ਉਹ ਕਰਦੇ ਹਾਂ ਤਾਂ ਉਹ ਇਹ ਜਿਹੜਾ ਕੋਈ ਨਾ ਕੋਈ ਅਸੀਂ ਸਟੈਂਡਰਡ ਜਿਹੜਾ ਲੈਵਲ ਜਿਹੜਾ ਉਹ ਜ਼ਰੂਰ ਸੈੱਟ ਕਰਾਂਗੇ ਕਿ ਜਿਹੜਾ ਇਹ ਸਾਨੂੰ ਦੱਸੇਗਾ ਕਿ ਇਸ ਤੋਂ ਅਗਰ ਉੱਪਰ ਤੁਹਾਡੀ ਜਿਹੜੀ ਹੈ, ਮੰਨ ਲਓ ਕਾਰਬਨ ਡਾਈਆਕਸਾਈਡ ਦੀ ਅਮਿਸ਼ਨ ਜਿਹੜੀ ਉਹ ਹੋ ਰਹੀ ਹੈ ਅਗਰ, ਤਾਂ ਉਹ ਸਾਡੇ ਵਾਤਾਵਰਣ ਨੂੰ ਨੁਕਸਾਨ ਕਰੇਗੀ। ਸੋ ਔਰ ਇਸੇ ਤਰ੍ਹਾਂ ਕੇ ਤਰੀਕੇ ਦੇ ਨਾਲ ਅਗਰ ਮੰਨ ਲਓ ਇਨਸੈਕਟੀਸਾਈਡ, ਪੈਸਟੀਸਾਈਡ ਵਰਤੇ ਜਾ ਰਹੇ ਖੇਤਾਂ ਦੇ ਵਿੱਚ, ਤਾਂ ਉਹ ਇਸ ਸਟੈਂਡਰਡ ਤੋਂ ਜ਼ਿਆਦਾ, ਇਸ ਤੋਂ ਮਿਆਰ ਤੋਂ ਜ਼ਿਆਦਾ ਵਰਤੇ ਜਾਣਗੇ ਤਾਂ ਉਹ ਸਾਡੀ ਧਰਤੀ ਦੀ ਗੁਣਵੱਤਾ ਨੂੰ ਖਰਾਬ ਕਰਨਗੇ ਜਾਂ ਸਾਡੀ ਸਿਹਤ ਸੰਬੰਧੀ ਜਿਹੜੀਆਂ ਪ੍ਰੋਬਲਮਸ ਹੈ ਉਹ ਆਉਣਗੀਆਂ। ਤਾਂ ਇਸ ਤਰੀਕੇ ਦੇ ਨਾਲ ਸਾਨੂੰ ਇੱਕ ਮਿਆਰ ਜਿਹੜੇ ਉਹ ਸੈੱਟ ਕਰਨੇ ਪੈਂਦੇ ਆ। ਇਸ ਤੋਂ ਇਲਾਵਾ ਸੋ ਜਿਹੜੀ ਸਾਡੀ ਪ੍ਰੋਡਕਟਸ ਜਿਹੜੇ ਆਪਾਂ ਮਾਰਕੀਟ ਦੇ ਵਿੱਚੋਂ ਦੀ ਖਰੀਦ ਕੇ ਲੈ ਕੇ ਆਉਂਦੇ ਹਾਂ, ਜਿਹੜੇ ਵੀ ਇੰਡਸਟਰੀਜ਼ ਦੇ ਵਿੱਚ ਉਦਯੋਗਾਂ ਦੇ ਵਿੱਚ ਬਣਦੇ ਆ, ਤਾਂ ਉਹ ਜਦੋਂ ਕੰਜ਼ਿਊਮਰ ਤੱਕ ਪਹੁੰਚਣੇ ਆ ਤਾਂ ਉਹਨਾਂ ਦਾ ਵੀ ਕੋਈ ਨਾ ਕੋਈ ਮਿਆਰ ਜਿਹੜਾ ਸੈੱਟ ਹੋਣਾ ਚਾਹੀਦਾ ਤਾਂ ਕਿ ਜਿਹੜਾ ਕੰਜ਼ਿਊਮਰ ਹੈ ਉਹਨੂੰ ਨੁਕਸਾਨ ਨਾ ਹੋਵੇ। ਤਾਂ ਉਹਨਾਂ ਦੇ ਉੱਤੇ ਵੀ ਆਪਾਂ ਤੁਸੀਂ ਦੇਖਿਆ ਹੋਣਾ ਕਿ ISO, ਠੀਕ ਹੈ, ਮਾਰਕ ਜਿਹੜਾ ਐਗ ਮਾਰਕ, ਇੱਦਾਂ ਦੇ ਆਪਾਂ ਮਾਰਕ ਜਿਹੜੇ ਸਟੈਂਡਰਡ ਜਿਹੜੇ ਗਵਰਨਮੈਂਟ ਨੇ ਬਣਾਏ ਹੋਏ ਉਹਨਾਂ ਦੀ ਮੋਹਰ ਲੱਗਦੀ ਹੈ। ਠੀਕ ਹੈ, ਤਾਂ ਉਹ ਜਿਹੜੀ ਮੋਹਰ ਹੈ ਲੱਗ ਜਾਂਦੀ ਹੈ ਤਾਂ ਸਾਨੂੰ ਇਹ ਤਸੱਲੀ ਹੋ ਜਾਂਦੀ ਹੈ ਕਿ ਵੀ ਇਹ ਸਾਨੂੰ ਨੁਕਸਾਨ ਨਹੀਂ ਕਰੇਗੀ ਇਹ ਚੀਜ਼ ਜਿਹੜੀ, ਚਾਹੇ ਉਹ ਕੋਈ ਵੀ ਚੀਜ਼ ਹੋਵੇ ਜਿਹੜੀ ਅਸੀਂ ਖਰੀਦ ਕੇ ਲੈ ਕੇ ਆਉਂਦੇ ਹਾਂ। ਅਤੇ ਇਹ ਸਟੈਂਡਰਡਸ ਹੈ। ਤਾਂ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਜਿਹੜੀਆਂ ਇਹ ਮਿਆਰ ਜਿਹੜੇ ਉਹ ਤੈਅ ਕਰਦੀਆਂ। ਤਾਂ ਹੁਣ ਆਪਾਂ ਇਹੀ ਇਹਦੇ ਵਿੱਚ ਪੜ੍ਹਨਾ ਹੈ, ਮਿਆਰ ਨਿਰਧਾਰਿਤ ਕਰਨਾ ਜਾਂ ਸੈਟਿੰਗ ਆਫ ਸਟੈਂਡਰਡਸ। ਤਾਂ ਕੀ ਹੈ ਕਿ ਸਾਡਾ ਜੰਗਲੀ ਖੇਤਰ ਜਿਹੜਾ ਉਹ ਘਟ ਰਿਹਾ। ਆਪਾਂ ਇੱਕ ਇੱਕ ਲਾਈਨ ਜਿਹੜੀ ਹੈ ਮੈਂ ਤੁਹਾਨੂੰ ਦੇਖੋ ਇਹਦੀ ਬੁੱਕ ਦੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ, ਵਿੱਚੋਂ ਦੀ ਸਕਿਪ ਨਹੀਂ ਆਪਾਂ ਕਰਦੇ ਕੁਝ ਵੀ, ਅਤੇ ਇਹ ਲਾਈਨ ਬਾਏ ਲਾਈਨ ਆਪਾਂ ਚੱਲਾਂਗੇ। ਤਾਂ ਜੰਗਲੀ ਖੇਤਰ ਜਿਹੜਾ ਸਾਡਾ ਘਟ ਰਿਹਾ ਅਤੇ ਜਲ ਅਤੇ ਜਿਹੜਾ ਸਾਡਾ ਲੈਵਲ ਹੈ, ਜਲ ਦਾ ਤਲ ਹੈ ਮਤਲਬ ਲੈਵਲ ਹੈ, ਉਹ ਵੀ ਘਟ ਰਿਹਾ। ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀ ਆਪਾਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਜਿਹੜਾ ਉਹ ਧਰਤੀ ਦੇ ਵਿੱਚੋਂ ਦੀ ਕੱਢ ਰਹੇ ਹਾਂ। ਭੂ ਖੋਰ ਜਿਹੜੀ ਉਹ ਵੱਧਦੀ ਜਾ ਰਹੀ ਹੈ। ਤਾਜ਼ੇ ਪਾਣੀ ਦੀ ਘਾਟ ਜਿਹੜੀ ਆ ਉਹ ਹੋ ਰਹੀ ਹੈ, ਲੋਕਾਂ ਨੂੰ ਪੀਣ ਦਾ ਪਾਣੀ ਜਿਹੜਾ ਉਹ ਨਹੀਂ ਮੁਹੱਈਆ ਹੋ ਪਾਉਂਦਾ। ਸਾਰੇ ਵਾਤਾਵਰਣੀ ਪ੍ਰਦੂਸ਼ਣ ਦੇ ਵੱਲ ਇਸ਼ਾਰਾ ਕਰਦੇ ਆ ਇਹ ਸਾਰੇ ਜਿਹੜੇ ਤੁਸੀਂ ਪੜ੍ਹਿਆ ਕਿ ਜੰਗਲੀ ਖੇਤਰ ਜਿਹੜਾ ਉਹ ਘਟ ਰਿਹਾ, ਜਲ ਦਾ ਲੈਵਲ ਘਟ ਰਿਹਾ, ਭੂ ਖੋਰ ਵੱਧ ਰਹੀ ਹੈ, ਤਾਜ਼ੇ ਪਾਣੀ ਦੀ ਘਾਟ ਹੋ ਰਹੀ ਹੈ। ਇਹ ਸਭ ਜਿਹੜੇ ਇਸ਼ਾਰਾ ਕਰਦੇ ਆ ਕਿ ਵਾਤਾਵਰਣ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ, ਪ੍ਰਦੂਸ਼ਣ ਹੈ। ਅਤੇ ਇੱਕ ਅਜਿਹੇ ਵਿਕਾਸ ਮਾਡਲ ਦੀ ਮੰਗ ਕਰਦੇ ਹਨ ਜੋ ਬਰਾਬਰੀ ਦੇ ਆਧਾਰਿਤ ਭਾਗੀਦਾਰੀ ਦੇ ਲਈ ਉਤਸ਼ਾਹਿਤ ਕਰਨ ਵਾਲਾ ਅਤੇ ਵਾਤਾਵਰਣੀ ਤੌਰ ਦੇ ਉੱਤੇ ਟਿਕਾਊ ਹੋਵੇ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੀ ਹੋਣਾ ਚਾਹੀਦਾ ਕਿ ਇੱਦਾਂ ਦਾ ਸਾਡਾ ਵਿਕਾਸ ਮਾਡਲ ਹੋਣਾ ਚਾਹੀਦਾ ਹੈ। ਦੇਖੋ ਇਹ ਵਿਗਾੜ ਤਾਂ ਵਿਕਾਸ ਦੇ ਨਾਲ ਹੀ ਹੋਇਆ ਨਾ, ਅਤੇ ਵਿਕਾਸ ਦਾ ਮਾਡਲ ਜਿਹੜਾ ਸਾਡਾ ਇੱਦਾਂ ਦਾ ਹੋਣਾ ਚਾਹੀਦਾ। ਸੋ ਜਿਹੜਾ ਬਰਾਬਰੀ 'ਤੇ ਆਧਾਰਿਤ ਹੋਵੇ ਕਿ ਵੀ ਹਰ ਚੀਜ਼ ਨੂੰ, ਇਹ ਨਹੀਂ ਕਿ ਕਿਸੇ ਨੂੰ ਤਾਂ ਤੁਸੀਂ ਇੰਡਸਟਰੀ ਦੇ ਵਿੱਚ ਜਿਹੜਾ ਕੁਝ ਵੀ ਕਰਨ ਦਿਓ ਔਰ ਕਿਸੇ ਨੂੰ ਤੁਸੀਂ ਜ਼ਿਆਦਾ ਨਿਯਮ ਜਿਹੜੇ ਆਪਾਂ ਲਗਾਈਏ। ਬਰਾਬਰੀ ਦਾ ਆਧਾਰਿਤ ਹੋਣਾ ਚਾਹੀਦਾ। ਭਾਗੀਦਾਰੀ ਸਭ ਦੀ ਹੋਣੀ ਚਾਹੀਦੀ ਹੈ ਇਹਦੇ ਵਿੱਚ। ਉਤਸ਼ਾਹਿਤ ਕਰਨ ਵਾਲਾ ਹੋਣਾ ਚਾਹੀਦਾ ਹੈ ਕਿ ਜਿੱਦਾਂ ਆਪਾਂ ਹਰੇ ਉਦਯੋਗ ਪੜ੍ਹੇ ਸੀਗੇ, ਅਤੇ ਇੱਦਾਂ ਦੇ ਵਿਕਾਸ ਦੇ ਮਾਡਲ ਲਿਆਉਣੇ ਚਾਹੀਦੇ ਜਿਹੜੇ ਹਰੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣੀ ਤੌਰ ਦੇ ਉੱਤੇ ਵੀ ਟਿਕਾਊ ਹੋਵੇ, ਮਤਲਬ ਵਿਕਾਸ ਵੀ ਹੋਵੇ ਅਤੇ ਸਾਡਾ ਵਾਤਾਵਰਣ ਵੀ ਸੁਰੱਖਿਅਤ ਰਹੇ। ਅਤੇ ਇੱਦਾਂ ਦਾ ਮਾਡਲ ਚਾਹੀਦਾ ਸਾਨੂੰ। ਸੋ ਇੱਕ ਮੰਤਰਾਲੇ ਹੈ ਸਾਡਾ, ਵਾਤਾਵਰਣ ਅਤੇ ਜੰਗਲਾਤ ਮੰਤਰਾਲਾ। ਇਹਨੂੰ ਅਸੀਂ ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ ਜਿਹੜਾ ਬੋਲਦੇ ਹਾਂ, MOEF। ਸੋ ਮਿਨਿਸਟਰੀ, M ਮਤਲਬ ਮਿਨਿਸਟਰੀ, O ਮਤਲਬ ਆਫ ਇਨਵਾਇਰਮੈਂਟ, ਠੀਕ ਹੈ, ਸੋ ਐਂਡ F ਮਤਲਬ ਫੋਰੈਸਟ। ਸੋ ਇਹ ਬਹੁਤ ਕੋਸ਼ਿਸ਼ ਕਰਦਾ ਹੈ ਕਿ ਸਾਡੀ ਜਿਹੜੀ ਇਹ ਜਿੰਨੀਆਂ ਵੀ ਸਵੱਛ ਤਕਨੀਕਾਂ ਹੈ, ਜਿੱਦਾਂ ਆਪਾਂ ਹਰਾ ਗ੍ਰਹਿ ਉਦਯੋਗ ਹੋ ਗਿਆ, ਇੱਦਾਂ ਦੀ ਚੀਜ਼ਾਂ ਨੂੰ ਉਤਸ਼ਾਹਿਤ ਕਰਨਾ, ਵਾਤਾਵਰਣੀ ਪ੍ਰਬੰਧਨ ਹੈ ਜਿਹੜਾ ਉਹਨੂੰ ਅੱਛੇ ਤਰੀਕੇ ਦੇ ਨਾਲ ਲਾਗੂ ਕਰਨਾ, ਇਹ ਸਾਰੇ ਜਿਹੜੇ ਉਹਦੇ ਲਈ ਮਿਆਰ ਸੈੱਟ ਕਰਨ ਦਾ ਜਿਹੜਾ ਕੰਮ ਹੈ ਉਹ ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਹੀ ਕਰਦਾ ਹੈ। ਵਾਤਾਵਰਣ ਦੇ ਮਿਆਰ ਜਿਹੜੇ ਉਹਦੇ ਵਿੱਚ 2 ਚੀਜ਼ਾਂ ਸਾਹਮਣੇ ਆਉਂਦੀਆਂ। ਸੋ ਕੀ ਆਉਂਦੀਆਂ
देखो ये जिहड़ा शब्द है एंबीएंट स्टैंडर्ड्स, दो तरह के स्टैंडर्ड होंगे, एक एंबीएंट स्टैंडर्ड तो एक होंदा एमिशन स्टैंडर्ड्स। ठीक है, सो ये दो तरह के कि ਵੱਖ-ਵੱਖ ਸਥਾਨਾਂ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਲੈ ਲਓ ਚਾਹੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਲੈ ਲਓ, ਹਰ ਸਥਾਨ ਦੇ ਉੱਤੇ ਹਰ ਤਰ੍ਹਾਂ ਇੱਕੋ ਜਿਹੇ ਮਾਪਦੰਡ ਨਹੀਂ ਚੱਲਦੇ ਆ। ਠੀਕ ਹੈ, ਹਰ ਥਾਂ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਮਾਪਦੰਡ ਜਿਹੜੇ ਉਹ ਚੱਲਦੇ ਆ। ਹਰ ਥਾਂ ਦੀ ਆਪਣਾ ਪਰਿਆਵਰਣ ਹੁੰਦਾ, ਹਰ ਥਾਂ ਦੇ ਉੱਤੇ ਆਪਣੇ ਜੀਵ ਜੰਤੂ ਹੁੰਦੇ ਆ, ਤਾਂ ਇਸ ਲਈ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਕਿਸਮਾਂ ਦੇ ਉੱਤਮ ਵਾਤਾਵਰਣੀ ਮਾਪਦੰਡ ਸੋ ਜੋ ਮੰਨਣਯੋਗ ਹੋਣ। ठीक है, उन्होंने असीं कहने एंबीएंट स्टैंडर्ड्स जो उस थां दे लई मन्नणयोग होण। सो जिस दे लई वो बनाया गया मापदंड उत्थे लई, तो वह मापदंड दूसरी थां ते नहीं चलेगा, उत्थे दे लई मापदंड होर होएगा। तो इहनूं असीं कहने एंबीएंट स्टैंडर्ड्स। ते एक हुंदे एमिशन स्टैंडर्ड कि जिहड़ियां साडीआं ਵੱਖ-ਵੱਖ क्रियावां हुंदियां दे राहीं पैदा होए व्यर्थ पदार्थ है, वो की साडी धरती जिहड़ी वो सहणयोग उहदी समर्था हैगी है कि वो उहनूं अपने अंदर जजब कर सकदी है, सोख सकदी है, पौधे जिहड़े उहनूं सोख सकदे आ। तो वो एमिशन स्टैंडर्ड्स भी किन्नी जिहड़ी वो तुहाडे चिमनीज़ तो कार्बन डाइऑक्साइड बाहर निकलनी चाहिदी है, जां कार्बन जिहड़ा वो निकलना चाहिदा है, जां व्यर्थ पदार्थ जिहड़े बेलोड़े किन्ने होने चाहिए है, तो उहनूं असीं कहने एमिशन स्टैंडर्ड। तो एक स्टैंडर्ड बनाता गया कि भी ये तो वध नहीं होने चाहिए। तो ये है एमिशन स्टैंडर्ड्स कि व्यर्थ पदार्थ जिहड़े वो सहणयोग समर्था तो वध है कि घट है। तो एक स्टैंडर्ड तो जिहड़ा तुसीं बनाया है। तो एक हो गया कि वो मापदंड जो अलग अलग स्थानां दे लई है तो वो मन्नणयोग होने चाहिए है हर थां दे उत्ते। हुण ये जिहड़ा सानूं समझ आ गया कि वातावरण के म्यार विश्व पद्धर ते इक्को जिहे नहीं हो सकते। वही दस्सिआ ना तुहानूं एंबीएंट स्टैंडर्ड्स जिहड़े कि विश्व पद्धर के उत्ते सारे म्यार जिहड़े इक्को जिहे, जो इंडिया के लिए म्यार है वो पाकिस्तान के लिए नहीं हो सकते, वो अफगानिस्तान के लिए नहीं, वो अमेरिका के लिए नहीं हो सकते। हर एक कंट्री अपने म्यार अपने अलग बनाएगी अपनियां की चीज़ां नूं देखदे होए। सो हरेक देश अपने राष्ट्री पहलां मतलब किस चीज़ नूं इंपॉर्टेंस दिंदे आ, सब तो पहली चीज़ उन्हां दे लई की है। फिर उस तो बाद पॉलिसियां जिहड़ियां वो बनांदे उन्हां दे मंतव अते स्रोतां दे आधार, उन्हां दे कोल स्रोत किहड़े है। ठीक है ना, हुण मान लो कि पैट्रोलीਅਮ ਦੇ ਲਈ ਤੁਸੀਂ ਕੋਈ ਮਾਪਦੰਡ ਬਣਾਇਆ, पर ਸਾਡੀ ਕੰਟਰੀ ਦੇ ਵਿੱਚ ਪੈਟਰੋਲੀਅਮ ਹੈ ਨਹੀਂ, ਪਰ ਅਰਬ ਕੰਟਰੀਜ਼ ਵਿੱਚ ਪੈਟਰੋਲੀਅਮ ਜਿਹੜਾ ਬਹੁਤ ਜ਼ਿਆਦਾ ਹੈ। ਤਾਂ ਉੱਥੇ ਦੇ ਫਿਰ ਸਰੋਤਾਂ ਦੇ ਹਿਸਾਬ ਨਾਲ, ਹਰ ਕੰਟਰੀ ਦੇ ਸਰੋਤਾਂ ਦੇ ਹਿਸਾਬ ਦੇ ਨਾਲ ਹੀ ਆਪਾਂ ਮਾਪਦੰਡ ਬਣਾਵਾਂਗੇ। ਤਾਂ पॉलिसियां के मंतवां स्रोतों के आधार पर अपने अलग मानक निर्धारित करने होणगे हर कंट्री नूं। ये मानक आम तौर पर देश के विकास के नाल अते वातावरणी प्रबंधन के लिए पैसे के स्रोत ते तकनीकों के प्रति पहुँच वधन के नाल भी बदलणगे। सो ये लाइन जिहड़ी है थोड़ी जी कॉम्प्लीकेटेड है, वो की है कहना चाहती है कि जिहड़े भी हर कंट्री ने मानक बनाए है तो वो जदों हुण देश का विकास होएगा, ठीक है, विकास होएगा तो पैसे के स्रोत जिहड़े आ वो वधणगे, तकनीकां जिहड़ियां वो वधणगियां, पहुँच जिहड़ी है वो तकनीक तक वधेगी। जिद्दां हुण असीं मान लो कोई तकनीक जिहड़ी नवीं बना लैंदे आ, असीं कितों दी इंपोर्ट कर लैंदे किसी तो कंट्री तो किसी तो कोई नवीं तकनीक लै लैंदे आ, तो साडी तकनीक दे लैवल दे विच वाधा हो जांदा है, तो पहुँच हो जाती है साडी उस तकनीक तक। तो इस तरीके दे नाल पैसे के स्रोतां दे विच वाधा होना, पहुँच होना, तो तकनीक जिहड़ी आ सुधरी हुई तकनीकां तक पहुँच होना। ਜਦੋਂ ਇੱਦਾਂ ਤੁਸੀਂ ਕੋਈ ਦੇਸ਼ ਵਿਕਾਸ ਕਰਦਾ ਚਲਾ ਜਾਂਦਾ ਹੈ ਪੈਸੇ ਵੱਲੋਂ ਵੀ ਤੇ ਤਕਨੀਕ ਵੱਲੋਂ ਵੀ, ਤਾਂ ਉਹਦੇ ਮਾਨਕ ਵੀ ਫਿਰ ਸਮੇਂ-ਸਮੇਂ ਤੇ ਬਦਲਣਗੇ। ਜਿੱਦਾਂ ਆਪਾਂ ਹੁਣੇ ਕੀਤਾ ਕਿ ਹਰ ਥਾਂ ਦੇ ਮਾਨਕ ਅਲੱਗ-ਅਲੱਗ ਹੈ, ਉਸੇ ਤਰ੍ਹਾਂ ਅਲੱਗ-ਅਲੱਗ ਸਮਿਆਂ ਦੇ ਉੱਤੇ ਮਾਨਕ ਵੀ ਬਦਲਦੇ ਹੈ। ਜੋ ਤੁਸੀਂ ਮੰਨ ਲਓ 1956 ਦੇ ਵਿੱਚ ਵਾਤਾਵਰਣ ਦੇ ਲਈ ਮਾਨਕ ਬਣਾਏ, ਉਹ ਅੱਜ ਨਹੀਂ ਚੱਲਣਗੇ। ਅੱਜ ਦੇ ਮਾਨਕ ਜਿਹੜੇ ਆ ਤੁਹਾਡੇ ਅਲੱਗ ਹੋਣਗੇ। ਇਹਦਾ ਮਤਲਬ ਸਮੇਂ ਦੇ ਨਾਲ ਵੀ ਬਦਲਦੇ ਆ। टैक्नोलॉजी की पहुँच तक दे वधन दे नाल भी बदलते हैं, पैसे के स्रोतों के वधन दे नाल भी बदलते हैं। सो ये कहने का मतलब है जदों कि देश के अंदर वख-वख राज, केंद्र शासित प्रदेश अते स्थानक संस्थान खपत म्यार अपनाउणगे जो कि स्थानक मानतावां दे आधारित होणगे, उत्थे ही वो केंद्र सरकार दे नाल इस नीति नूं अपनाउण दे लई एक सुरता रखणगे। हर राज भी अपने अपने बनाएगा मापदंड, और फिर वो केंद्र सरकार दे नाल भी अपने मापदंडां दी जिहड़ी कह लो तालमेल है उन्होंने बना के रखेगा। मतलब केंद्र के भी मापदंड चलणगे ते जिहड़े राज दे अपने है, क्योंकि हर राज दीयां जरूरतां अलग है, तो वो भी चलणगे। केंद्र शासित प्रदेश जिहड़े आ वो हुंदे यूटीज़ जिन्हां नूं आपां बोलदे जिवें चंडीगढ़ है, ठीक है, तो स्थानक संस्थान हो गए ये सब। सो ये भी हुण महत्वपूर्ण है कि मानक नूं प्रदूषक जिसका निकास होना है दी मात्रा सहित दर्शाया जाए।
कि भी जो भी तुसीं मानक बनाते हो, स्टैंडर्ड बनाते हो कि कार्बन डाइऑक्साइड का इन्ना ਆਪਾਂ वैल्यू लिख दी भी इन्नी जी वो ठीक है जी, एमिशन जी वो इन्नी ठीक है। तो नैचुरली है कि तुहानूं ਉਹਦੀ क्वांटिटी दसनी, मात्रा जी वो दसनी पेगी कि भी इन्ने PPM, ठीक है, सो पार्ट्स पर मिलियन जी है भी ये अलाउड है। तो वो तुहानूं मात्रा मानक जो तुसीं दोगे, कल्ला कार्बन डाइऑक्साइड नहीं लिखोगे, वो मात्रा भी दसोगे नाल, ਤਾਂ पता चलेगा कि ये तो वध हो रहा, तो यदा मतलब मापदंड जोड़ा लागू नहीं हो रहा। सो संघनता कल्ली कई बार असीं की है किस चीज़ की संघनता जी वो दस दिंदे आ कि भी इन्नी संघनी जी कार्बन डाइऑक्साइड गैस है, मान लो कि वो अमिट हो रही है, ठीक है, तो वो कल्ली संघनता दस दिंदे। उदा नहीं, वो कहता मात्रा दसनी है। संघनता जी उन्होंने कई बार की होंगे कि फैक्ट्रियां वाले की करते, उन्होंने थोड़ा जिहा घटा के उन्होंने पतला करके छड़ देंगे है, तो पर वो नुकसान तो करती है ना, ठीक है। तो इसलिए मात्रा जी वो जरूर दसनी है। तो ये सीगा नाउ पिछले 10 सालों के दौरान ਵੱਖ-ਵੱਖ ਖੇਤਰਾਂ ਦੇ ਵਿੱਚ ਵਾਤਾਵਰਣੀ ਮਿਆਰਾਂ ਦੇ ਨਿਰਧਾਰਨ ਦੇ ਵਿੱਚ ਕਾਫੀ ਪ੍ਰਗਤੀ ਹੋਈ ਹੈ। ਉਦਯੋਗਾਂ ਦੇ ਵਿਅਰਥ ਪਦਾਰਥਾਂ ਦੇ ਨਿਕਾਸ, ਵਾਤਾਵਰਣ ਵਾਹਨਾਂ ਦੇ ਬਾਲਣ, ਠੋਸ ਕੂੜਾ ਕਰਕਟ ਅਤੇ ਬਾਇਓਮੈਡੀਕਲ ਵਿਅਰਥ। ਬਾਇਓਮੈਡੀਕਲ ਕਿਹੜਾ ਹੁੰਦਾ? ਹਸਪੀਟਲਸ ਵਗੈਰਾ ਤੋਂ ਜਿਹੜਾ ਵਿਅਰਥ ਪਦਾਰਥ ਆਉਂਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ। ਇਹਨਾਂ ਦੇ ਨਿਪਟਾਰੇ ਦੇ ਲਈ ਨਿਯਮ ਆਦਿ ਨਿਰਧਾਰਿਤ ਕੀਤੇ ਜਾ ਚੁੱਕੇ ਹਨ। ਇਹ ਆਪਾਂ ਮਾਪਦੰਡ ਇਹਨਾਂ ਦੇ ਲਈ ਬਣਾ ਦਿੱਤੇ ਹੋਏ ਆ, ਵਿਅਰਥ ਪਦਾਰਥਾਂ ਦੇ ਨਿਕਾਸ ਦੇ ਲਈ, ਵਾਹਨਾਂ ਦੇ ਬਾਲਣ ਦੇ ਲਈ, ਸਭ ਦੇ ਲਈ। ਕੰਮ ਦਾ ਨਿਰੀਖਣ ਕਰਨ ਤੇ ਇਸ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਦੇ ਲਈ ਸੰਸਥਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਠੀਕ ਹੈ। ਉਹੀ ਜਿੱਦਾਂ ਮੈਂ ਸ਼ੁਰੂ 'ਚ ਦੱਸਿਆ ISO ਵਗੈਰਾ, ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਕਿ ਇਹ ਸਾਰੇ ਮਾਪਦੰਡ ਨਿਰਧਾਰਿਤ ਕਰਦੀਆਂ, ਜਿਸ ਦੇ ਵਿੱਚ ਕੁਝ ਪ੍ਰਾਈਵੇਟ ਅਦਾਰੇ ਵੀ ਹੈ, ਗੌਰਮੈਂਟ ਤਾਂ ਹੈ ਹੀ ਹੈ, ਪ੍ਰਾਈਵੇਟ ਅਦਾਰੇ ਵੀ ਸ਼ਾਮਿਲ ਹੈਗੇ ਹੈ। ਵਾਤਾਵਰਣੀ ਮਿਆਰਾਂ ਦੇ ਕੁਝ ਤੱਤ ਹੇਠਾਂ ਦਿੱਤੇ ਜਾ ਰਹੇ ਹਨ ਜੋ ਵਾਤਾਵਰਣੀ ਹਵਾ, ਪਾਣੀ ਦੀ ਗੁਣਵੱਤਾ ਅਤੇ ਵਿਅਰਥ ਪਦਾਰਥਾਂ ਦੇ ਨਿਪਟਾਰੇ ਦੇ ਲਈ ਹਨ। ਆਪਾਂ ਕੁਝ ਮਿਆਰ ਸਟੈਂਡਰਡ ਜਿਹੜੇ ਲਗਾਏ ਆ, ਤਾਂ ਉਹ ਕੀ ਹਨ, ਠੀਕ ਹੈ, ਉਹਨਾਂ ਨੂੰ ਹੁਣ ਆਪਾਂ ਸਮਝਾਂਗੇ। ਦੇਖੋ ਇੱਥੇ ਤੁਸੀਂ ਕੁਝ ਚਾਰਟਸ ਜਿਹੜੇ ਦੇਖ ਰਹੇ ਹੋ, ਤਾਂ ਉਹ ਆਪਾਂ ਹੁਣ ਹਵਾ ਦੀ ਗੁਣਵੱਤਾ ਜਿਹੜੀ ਹੈ ਦੇ ਰਾਸ਼ਟਰੀ ਮਿਆਰ ਆਪਾਂ ਦੇਖਾਂਗੇ। ਜਿਹੜੇ ਸਾਡੇ ਸਟੇਟਸ ਦੇ ਹੁੰਦੇ ਆ ਉਹ ਵੀ ਇਹਨਾਂ ਦੇ ਨਾਲ ਤਾਲਮੇਲ ਬਣਾਉਂਦੇ ਆ, ਤਾਂ ਇਹ ਰਾਸ਼ਟਰੀ ਮਿਆਰ ਹੈ। ਪਰ CPCB, ਠੀਕ ਹੈ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ, ਇਹਨੂੰ ਅਸੀਂ ਕਹਿੰਦੇ ਆ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ, मतलब ਸੈਂਟਰ ਦਾ ਜਿਹੜਾ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਲਾ ਬੋਰਡ ਹੈ। ਸੋ 1994, ਠੀਕ ਹੈ, ਦੇ ਵਿੱਚ ਇਹਨੇ ਇਹ ਕੁਝ ਸਾਨੂੰ ਮਾਪਦੰਡ ਜਿਹੜੇ ਉਹ ਨਿਰਧਾਰਿਤ ਕਰਕੇ ਦੱਸੇ ਆ। ਇਹਨਾਂ ਨੂੰ ਕੋਸ਼ਿਸ਼ ਕਰਦੇ ਆ ਆਪਾਂ ਸਮਝਣ ਦੀ, ਠੀਕ ਹੈ। ਇਹਦੇ ਵਿੱਚ ਵੈਸੇ ਪੰਜਾਬੀ ਦੀ ਜਿਹੜੀ ਇਹ ਕਿਤਾਬ ਹੈ ਇਹਦੇ 'ਚ ਕਾਫੀ ਗਲਤੀਆਂ ਹੈ, ਤਾਂ ਇਹ ਮੈਂ ਥੋੜ੍ਹੀ ਕਰੈਕਟ ਕਰ ਦਿੱਤੀਆਂ ਹੈ। ਤਾਂ ਇਹਨਾਂ ਨੂੰ ਦੇਖਦੇ ਆਪਾਂ ਕੀ ਹੈ। ਸਲਫਰ ਡਾਈਆਕਸਾਈਡ ਸਭ ਤੋਂ ਪਹਿਲਾਂ, ਜਿਹਦਾ ਫਾਰਮੂਲਾ ਹੈ SO2। ਸਾਲਾਨਾ ਔਸਤ, देखो दो हर एक दे नाल दो चीज़ां है, एक है सालाना औसत ते एक है 24 घंटे दे विच जो तुसीं मापिया इहनूं, है ना। सालाना औसत जिहड़ी है वो की है, तो ये तुसीं नीचे इत्थे पढ़ लेना। ये की कहना कि भी जदों असीं हफ्ते दे विच आपां किसी भी चीज़ दा म्यार जदों सैट करना है, तो आपां हफ्ते दे विच 2 वारी उहनूं पहलां मापना है 24 घंटियां दे लई, ठीक है। कई बार 8 घंटियां दे लई भी मापिया जांदा है, 1 घंटे लई भी मापिया जांदा है, पर मेनली 24 घंटियां दे लई मापना आपां 2 वार, हफ्ते दे विच 2 वार, ठीक है जी। हुण अगर असीं हफ्ते दे विच इहनूं 2 वारी मापना है, तो साडे कोल घट्टो घट्ट 104 रीडिंग्स आ जाणगीਆਂ, ठीक है। 104 माप ਜਿਹੜੇ ਆ ਉਹ ਆ ਜਾਣਗੇ, तो ਉਹਨਾਂ ਦਾ औसत ਕੱਢ ਲੈਣਾ, ठीक है। ਉਹਨੂੰ ਅਸੀਂ ਕਹਿ ਦਿੰਦੇ ਸਾਲਾਨਾ औसत। 24 ਘੰਟਿਆਂ ਦੇ ਲਈ ਮਾਪਣਾ ਆਪਾਂ, ਹਫਤੇ ਦੇ ਵਿੱਚ 2 ਵਾਰੀ ਮਾਪਣਾ, 1 ਮਹੀਨੇ ਦੇ ਵਿੱਚ 4 ਹਫਤੇ ਹੁੰਦੇ ਆ, ਤਾਂ ਫਿਰ 12 ਮਹੀਨਿਆਂ ਦੇ ਵਿੱਚ ਤੁਸੀਂ ਕੱਢ ਲੈਣਾ ਕਿੰਨੇ ਹਫਤੇ ਆ ਗਏ, ਤੇ ਉਹਨੂੰ ਫਿਰ ਮਲਟੀਪਲਾਈ ਕਰ ਲੈਣਾ 2 ਦੇ ਨਾਲ, ਤਾਂ ਇਹ ਤੁਹਾਡੇ ਕੋਲ 104 ਮਾਪ ਆ ਜਾਣਗੇ, ਉਹਨਾਂ ਦਾ ਔਸਤ ਕੱਢ ਲੈਣਾ। ਉਸ ਤੋਂ ਬਾਅਦ ਜਿਹੜਾ 24 ਘੰਟੇ ਜਾਂ 8 ਘੰਟੇ ਮੈਂ ਤੁਹਾਨੂੰ ਦੱਸਿਆ 1 ਘੰਟੇ ਦੀ ਰੀਡਿੰਗ ਵੀ ਹੁੰਦੀ ਹੈ, ਠੀਕ ਹੈ। ਤਾਂ ਉਹ ਤੁਸੀਂ ਇਸ ਤਰ੍ਹਾਂ ਲੈਣੀ ਹੈ ਕਿ ਵੀ 24 ਘੰਟੇ ਤੋਂ ਵਧੇ ਨਾ, ठीक है। ज़्यादा मतलब जो असीं मिल रहे हैं तो 24 घंटे कभी होंगे कि भी चलो तुसीं 104 रीडिंग्स लईआं तो किते 2 वारी 3 वारी कभी एक्सीड कर गया कि तुसीं 30 घंटे के लिए लै ली रीडिंग, ठीक है, जां 8 की बजाय तुसीं 10 घंटे के लिए रीडिंग लै ली, तो पर वो 2 दिन लगातार तुहाडे तो गलती नहीं होनी चाहिए, ठीक है। 2 दिन लगातार नहीं इदां होना चाहिए, तो इनू अच्छी तरह लेना भी 98% जिहड़ा ना वो तुहाडी यही होना चाहिए भी 24 घंटे के लिए 8 घंटे के लिए लै रहे हैं आपां। 2% तुहानूं गुंजाइश हैगी कि गलती कर सकते हैं आपां, ठीक है। वो भी शर्त यह है कि 2 कट्ठे कॉन्सीक्यूटिव 2 डेज जी नहीं होनी चाहिए गलती, भी अज भी हुई तो कल भी हो गई, ऐदा नहीं होना चाहिए। तो ये कुछ मापदंड बनाने के कुछ वो है। तो सालाना औसत जी है वो देखो उद्योगिक खेत्र के हवा की जी संघनता है, वातावरणी हवा की संघनता, तो रिहायशी खेत्र तो पेंडू
ਤੇ ਹੋਰ ਜਿਹੜੇ ਆ ਤੇ ਨਾਜ਼ੁਕ ਖੇਤਰ ਜਿਹੜੇ ਸੈਂਸਿਟਿਵ ਏਰੀਆਸ ਕਹੇ ਜਾਂਦੇ ਆ, ਤਾਂ ਉਹ ਸੈਂਸਿਟਿਵ ਏਰੀਆਸ ਜਿਹੜੇ ਆ ਜਿੱਦਾਂ ਐਰੋਪਲੇਨ ਦੇ ਜਿੱਥੇ ਲੈਂਡ ਕਰਦੇ ਆ ਏਅਰਪੋਰਟਸ ਵਗੈਰਾ, ਠੀਕ ਹੈ, ਤਾਂ ਉਹ ਸੈਂਸਿਟਿਵ ਏਰੀਆਸ ਜਿਹੜੇ ਉਹ ਵੀ ਕਹਿਲਾਉਂਦੇ ਆ। ਤਾਂ ਹੁਣ ਦੇਖੋ 80 ਮਿਲੀਗ੍ਰਾਮਸ ਪਰ ਮੀਟਰ ਕਿਊਬ, 60 ਮਿਲੀਗ੍ਰਾਮਸ ਪਰ ਮੀਟਰ ਕਿਊਬ, 15 ਮਿਲੀਗ੍ਰਾਮਸ ਪਰ, ਇਹ ਔਸਤ ਆ ਗਈ ਹੈ। ਇੱਕ ਰੀਡਿੰਗ ਜਿਹੜੀ 24 ਘੰਟੇ ਦੀ ਆ ਉਹਦੇ 'ਚ ਕਿੰਨਾ ਆਉਂਦਾ 120 ਮਾਈਕਰੋਗ੍ਰਾਮਸ, ਠੀਕ ਹੈ, ਇਹਨੂੰ ਮਾਈਕਰੋਗ੍ਰਾਮਸ ਪਰ ਮੀਟਰ ਕਿਊਬ। ਤੇ ਉਸ ਤੋਂ ਬਾਅਦ 80 ਮਾਈਕਰੋਗ੍ਰਾਮਸ ਪਰ ਮੀਟਰ ਕਿਊਬ, 20 ਮਾਈਕਰੋਗ੍ਰਾਮਸ ਪਰ ਮੀਟਰ ਕਿਊਬ। ਓਕੇ, ਤੇ ਇਹ ਜਿਹੜੇ ਆ ਇਹ ਮਾਈਕਰੋਗ੍ਰਾਮ ਹੀ ਹੈ, ਇਹ ਵੀ ਜਿਹੜਾ ਨਾ ਇੱਥੇ ਮਾਈਕਰੋਗ੍ਰਾਮ ਹੀ ਹੈ, ਠੀਕ ਹੈ। ਸੋ ਇਹ ਗਲਤੀਆਂ ਹੈਗੀਆਂ ਇਸ ਬੁੱਕ ਦੇ ਵਿੱਚ, ਤੇ ਮਾਈਕਰੋਗ੍ਰਾਮਸ। ਓਕੇ, ਤਾਂ ਹੁਣ ਆਪਾਂ ਇਹਦਾ ਕਲਰ ਚੇਂਜ ਕਰ ਲਈਏ ਪੈਨ ਦਾ, ਤੇ ਇਹ ਹੈ ਨਾਈਟ੍ਰੋਜਨ ਆਕਸਾਈਡ ਜਿਹੜੀ ਹੈ ਇਸੇ ਤਰ੍ਹਾਂ, ਠੀਕ ਹੈ, ਸੋ ਦਿੱਤੀ ਹੋਈ ਹੈ, ਇਹ ਆਪਾਂ ਪੜ੍ਹ ਸਕਦੇ ਹਾਂ, ਠੀਕ ਹੈ। ਅੱਗੇ ਲਟਕਦੇ ਕਣ, ਹਵਾ ਦੇ ਵਿੱਚ ਕੁਝ ਲਟਕਦੇ ਹੋਏ ਕਣ ਹੁੰਦੇ ਆ। ਦੇਖੋ ਹੁਣ ਤੁਹਾਨੂੰ ਇਹ ਪੜ੍ਹਨ ਦੇ ਚੱਤਾ ਲੱਗਦਾ 5 PM ਲਿਖਿਆ ਹੋਇਆ, ਇਹ 5 PM ਨਹੀਂ ਹੈ। ਸੋ ਇਟ ਇਜ਼ SPM, ਐਸ ਮਤਲਬ ਸਸਪੈਂਡਡ ਪਾਰਟੀਕੂਲੇਟ ਮੈਟਰ, ਪਾਰਟੀਕਲਸ ਮਤਲਬ ਲਟਕਦੇ ਕਣ, ਸੋ ਸਸਪੈਂਡਡ ਪਾਰਟੀਕੂਲੇਟ ਮੈਟਰ। ਸੋ ਇਹ SPM ਕਰ ਲੈਣਾ। ਇਹਦੀ ਵੀ ਹੁਣ ਸੋ ਇਹ ਆ ਗਿਆ 360 ਮਾਈਕਰੋਗ੍ਰਾਮ ਐਂਡ 140 70 ਔਸਤ ਆ ਗਿਆ, 500 200 ਤੇ 100 ਆ ਗਿਆ। ਦੈਨ ਉਸ ਤੋਂ ਬਾਅਦ ਸਾਹ ਲੈਣ ਯੋਗ ਲਟਕਦੇ ਕਣ ਵੀ ਜਿਹੜੇ ਅਸੀਂ ਸਾਹ ਦੇ ਦੁਆਰਾ ਅੰਦਰ ਲਿਜਾਂਦੇ ਹਾਂ, ਲੈ ਜਾ ਸਕਦੇ ਹਾਂ, ਤਾਂ ਉਹ ਹੈਗੇ ਜਿਨ੍ਹਾਂ ਦਾ ਸਾਈਜ਼ ਜਿਹੜਾ 10 ਮਾਈਕਰੋਮੀਟਰ, ਦੇਖੋ ਸੈਂਟੀਮੀਟਰ ਲਿਖਿਆ ਹੋਇਆ, ਠੀਕ ਹੈ, CM ਦੀ ਥਾਂ ਤੇ ਮਾਈਕਰੋਮੀਟਰਸ ਕਰ ਲੈਣਾ। ਸੋ ਜਾਂ ਅਸੀਂ ਮਾਈਕਰੋਗ੍ਰਾਮਸ ਪਰ ਮੀਟਰ ਕਿਊਬ ਵੀ ਇਹਨੂੰ ਲੈ ਲੈਂਦੇ ਹਾਂ, ਤੇ ਇਹਨਾਂ ਦਾ ਆਕਾਰ ਜਿਹੜਾ ਇਹਨਾਂ ਤੋਂ ਘੱਟ ਹੋਣਾ ਚਾਹੀਦਾ, 10 ਮਾਈਕਰੋਮੀਟਰ ਤੋਂ ਘੱਟ ਹੋਣਾ ਚਾਹੀਦਾ, ਤੇ ਜਿਹੜੀ ਇਹਦੀ ਕੌਨਸਨਟ੍ਰੇਸ਼ਨ ਹੈ ਉਹਨੂੰ ਆਪਾਂ ਮਾਈਕਰੋਗ੍ਰਾਮ ਪਰ ਮੀਟਰ ਕਿਊਬ 'ਚ ਲਵਾਂਗੇ। ਇਹਨਾਂ ਨੂੰ ਅਸੀਂ ਕਹਿੰਦੇ ਹਾਂ RPM, ਰੈਸਪੀਰੇਬਲ, ਠੀਕ ਹੈ। ਸੋ ਪਾਰਟੀਕੂਲੇਟ ਮੈਟਰ, ਰੈਸਪੀਰੇਬਲ ਪਾਰਟੀਕੂਲੇਟ ਮੈਟਰ ਇੰਗਲਿਸ਼ ਦੇ ਵਿੱਚ। ਓਕੇ, ਤਾਂ ਇਹ ਹੋ ਗਿਆ SPM, ਇਹ ਹੋ ਗਿਆ RPM। ਤੇ ਇਹ ਵੀ ਇਸੇ ਤਰ੍ਹਾਂ ਆਪਾਂ ਇਹ ਵੈਲਿਊਜ਼ ਜਿਹੜੀ ਤੁਸੀਂ ਦੇਖ ਲੈਣੀ, ਤਾਂ ਇਹਦੇ ਵਿੱਚ ਇਹ ਸੀਸਾ ਸੋ ਜਾਂ ਲੈਡ ਆ ਜਾਂਦੇ ਆ। ਇਹ ਕੁਝ ਇੱਦਾਂ ਦੇ ਪਾਰਟੀਕੂਲੇਟ ਮੈਟਰ ਹੈ ਜਿਹੜੇ ਅਸੀਂ ਸਾਹ ਦੇ ਵਿੱਚ ਅੰਦਰ ਲਿਜਾ ਸਕਦੇ ਹਾਂ। ਲੈਡ, ਇਹ ਲੈਡ ਦਾ ਫਾਰਮੂਲਾ ਹੁੰਦਾ PB। ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਦਾ ਫਾਰਮੂਲਾ ਕੀ ਹੁੰਦਾ CO2, ਕਾਰਬਨ ਮੋਨੋਆਕਸਾਈਡ ਕੀ ਹੁੰਦੀ ਹੈ CO। ਇਹ ਪੋਇਜ਼ਨਸ ਗੈਸ ਹੈ, ਇਹ ਅਗਰ ਅਸੀਂ ਜ਼ਿਆਦਾ ਲਈਏ ਤਾਂ ਸਾਨੂੰ ਮਤਲਬ ਬੇਹੋਸ਼ੀ ਹੋ ਸਕਦੀ ਹੈ। ਤੇ ਇਹਦੇ 'ਚ ਤੁਸੀਂ ਦੇਖੋ ਉਹਨੇ 8 ਘੰਟੇ ਦਾ ਔਸਤ ਲਿਆ, ਤੇ 1 ਘੰਟਾ ਇਹਨੂੰ ਮਾਪਣ ਦਾ ਜਿਹੜਾ 1 ਘੰਟਾ, ਠੀਕ ਹੈ। ਕਿਉਂਕਿ ਜਦੋਂ ਅਸੀਂ ਇਹਨੂੰ ਮਾਪਣਾ ਤਾਂ ਇਹ ਜਿਹੜੀ ਹੈ ਇਹ ਘੱਟ ਮਾਤਰਾ ਦੇ ਵਿੱਚ ਹੁੰਦੀ ਹੈ, ਇਹ ਬਹੁਤ ਘੱਟ ਮਾਤਰਾ ਹੁੰਦੀ ਹੈ, ਅਤੇ ਇਸ ਲਈ ਇਹ 1 ਘੰਟੇ ਦੇ ਵਿੱਚ ਇਹਦੀ ਜਿਹੜੀ ਆਪਾਂ ਰੀਡਿੰਗ ਲੈ ਸਕਦੇ ਹਾਂ। ਤਾਂ ਹੁਣ ਉਸ ਤੋਂ ਬਾਅਦ ਆ ਗਿਆ ਅਸੀਂ ਪਾਣੀ ਦੀ ਗੁਣਵੱਤਾ ਦਾ ਮਾਪਦੰਡ, ਕ੍ਰਾਈਟੀਰੀਆ ਜਿਹੜਾ, ਅਤੇ ਇਹਦੇ ਵਿੱਚ ਹੁਣ ਦੇਖੋ ਪਾਣੀ ਦੀ ਅਲੱਗ-ਅਲੱਗ ਕਿਸਮਾਂ ਜਿਹੜੀਆਂ ਲਈਆਂ, ਅਤੇ ਪਾਣੀ ਦੀ ਉਹਨੂੰ ਸ਼੍ਰੇਣੀਆਂ ਦਿੱਤੀਆਂ ਫਿਰ ਉਹਦੇ ਮੁਤਾਬਕ, ਅਤੇ ਮਾਪਦੰਡ ਕੀ ਹੈ। ਪੀਣ ਯੋਗ ਪਾਣੀ ਦਾ ਸਰੋਤ ਪਰੰਪਰਾਗਤ ਉਪਚਾਰ ਤੋਂ ਬਿਨਾਂ, ਮਤਲਬ ਕੋਈ ਤੁਸੀਂ ਟਰੀਟਮੈਂਟ ਨਹੀਂ ਕੀਤੀ ਉਹਦੀ, ਪਾਣੀ ਦਾ ਜਿਹੜਾ ਸਰੋਤ ਹੈ ਪੀਣ ਯੋਗ ਪਾਣੀ ਦਾ, ਉਹਦੀ ਕੋਈ ਟਰੀਟਮੈਂਟ ਨਹੀਂ ਕੀਤੀ, ਪਰ ਹਾਂ ਉਹਦੀ ਡਿਸਇਨਫੈਕਸ਼ਨ ਕਰ ਦਿੱਤੀ, ਕਿਰਮ ਰਹਿਤ ਉਹਨੂੰ ਬਣਾਤਾ। ਡਿਸਇਨਫੈਕਸ਼ਨ ਜ਼ਰੂਰ ਉਹ 'ਚ ਕੋਈ ਦਵਾਈ ਪਾ ਕੇ, ਕਲੋਰੀਨ ਵਗੈਰਾ ਪਾ ਕੇ ਉਹਦੀ ਉਹ ਕਰਤੀ, ਠੀਕ ਹੈ। ਤਾਂ ਉਸ ਤੋਂ ਬਾਅਦ ਉਹਨੂੰ ਕੈਟਾਗਰੀ ਦਿੰਦੇ ਆਪਾਂ A। ਹੁਣ ਇਹਦੇ 'ਚ ਮਾਪਦੰਡ ਕੀ ਹੈ ਕਿ ਕੁੱਲ ਕੋਲੀਫਾਰਮ ਸੂਖਮ ਜੀਵ, ਠੀਕ ਹੈ। ਕੋਲੀਫਾਰਮ ਕੀ ਹੈ, ਇਹ ਬੈਕਟੀਰੀਆ ਹੈਗੇ, ਠੀਕ ਹੈ। ਇਹ ਜਿੱਦਾਂ ਈਕੋਲਾਈ ਦਾ ਤੁਸੀਂ ਨਾਮ ਸੁਣਿਆ ਸੀਗਾ, ਆਪਾਂ ਪਿੱਛੇ ਪੜ੍ਹਿਆ ਈਕੋਲਾਈ, ਐਸਚਰੀਸ਼ੀਆ ਕੋਲਾਈ ਕਾਲੀ, ਜਿਹੜੇ ਆਪਾਂ ਸੂਖਮ ਜੀਵ ਜੈਵਿਕ ਪੜ੍ਹੇ ਸੀਗੇ, ਉਹਦੇ ਵਿੱਚ ਸੀਗਾ ਕੋਲੀਫਾਰਮ ਸੂਖਮ ਜੀਵ, ਠੀਕ ਹੈ। ਤਾਂ ਉਹ ਜਿਹੜੇ ਆ ਚਾਹੇ ਉਹ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਇਹ ਜਿਹੜੇ ਬੈਕਟੀਰੀਆ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਜਦੋਂ ਇਹ ਪਾਣੀ 'ਚ ਹੁੰਦੇ ਆ ਤਾਂ ਸਾਨੂੰ ਇਹ ਪਤਾ ਚੱਲ ਜਾਂਦਾ ਕਿ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਪ੍ਰਦੂਸ਼ਣ ਹੈਗਾ, ਮਤਲਬ ਇਹਦਾ ਮਤਲਬ ਇਹ ਪ੍ਰਦੂਸ਼ਿਤ ਪਾਣੀ 'ਚ ਹੁੰਦੇ ਆ। ਜੇ ਇਹ ਪਾਏ ਨਾ ਜਾਣ ਪਾਣੀ 'ਚ, ਇਹਦਾ ਮਤਲਬ ਪਾਣੀ ਬਿਲਕੁਲ ਸ਼ੁੱਧ ਹੈ। ਜੇ ਇਹ ਪਾਏ ਜਾਂਦੇ ਆ ਤਾਂ ਇਹਦਾ ਮਤਲਬ ਅਸ਼ੁੱਧ ਹੈ, ਚਾਹੇ ਇਹ ਸਾਡੇ ਅੰਦਰ ਜਾ ਕੇ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਕਿਉਂਕਿ ਸਾਡੀ ਇੰਟੈਸਟਾਈਨ 'ਚ ਪਹਿਲਾਂ ਤੋਂ ਹੀ ਇਹ ਮੌਜੂਦ ਹੁੰਦੇ ਆ, ਔਰ ਇਹ ਫਰੈਂਡਲੀ ਬੈਕਟੀਰੀਆ ਮੰਨੇ ਜਾਂਦੇ ਆ, ਪਰ ਇਹ ਹੁੰਦੇ ਪੋਲਿਊਟਡ ਵਾਟਰ 'ਚ। ਤਾਂ ਹੁਣ ਇੱਥੇ ਹੈਗਾ MPN, ਠੀਕ ਹੈ। ਇੱਥੇ F ਤੁਹਾਡੀ ਬੁੱਕ ਦੇ ਵਿੱਚ ਰੀਡ ਹੋ ਰਿਹਾ ਸੀਗਾ, ਅਤੇ ਇਹ ਹੈ MPN, ਮੋਸਟ ਪ੍ਰੋਬੇਬਲ ਨੰਬਰ, ਠੀਕ ਹੈ, ਕਿ ਵੀ ਕਿੰਨਾ ਨੰਬਰ ਹੈ। ਪ੍ਰੋਬੇਬਲ ਮਤਲਬ ਲਗਭਗ ਕਿੰਨਾ ਨੰਬਰ ਹੈ, ਕਿੰਨੇ ਉਹਦੇ 'ਚ। ਸੋ 100 ਜਿਹੜਾ ਮੀਟਰ, ਠੀਕ ਹੈ, ਲੀਟਰ ਆਏਗਾ, ਠੀਕ ਹੈ। ਸੋ ਮਿਲੀਲੀਟਰ ਦੇ ਵਿੱਚ, ਸੋ ਅਗਰ 100 ਮਿਲੀਲੀਟਰ ਪਾਣੀ ਜਿਹੜਾ ਆਪਾਂ ਲੈਂਦੇ ਹਾਂ ਤਾਂ ਉਹਦੇ ਵਿੱਚ ਮੋਸਟ ਪ੍ਰੋਬੇਬਲ ਨੰਬਰ ਜਿਹੜਾ ਇਹਨਾਂ ਦਾ ਕਿੰਨਾ ਹੋਏਗਾ, ਠੀਕ ਹੈ, ML। ਤਾਂ ਦੈਨ 50 ਜਾਂ 50 ਤੋਂ ਘੱਟ, ਠੀਕ ਹੈ, ਇੱਥੇ 40 ਲਿਖਿਆ ਹੋਇਆ, ਸੋ 50 ਜਾਂ 50 ਤੋਂ ਘੱਟ। ਓਕੇ, ਸੋ ਦੈਨ ਉਸ ਤੋਂ ਬਾਅਦ ਆ ਗਏ ਆਪਾਂ ਇਹਦੇ ਵਿੱਚ pH ਜਿਹੜੀ ਹੈ ਕਿੰਨੀ ਹੋਣੀ ਚਾਹੀਦੀ ਹੈ ਪਾਣੀ ਦੀ, 6.5 to 8.5। ਇਹ ਜਿਹੜੀ pH ਹੁੰਦੀ ਹੈ
ये बच्चे जिहड़े साइंस वाले उन्होंने पता है, पर दूसरे जिहड़े बच्चे हैं उन्होंने लिए ये पानी दी ये दसदी है कि एसिडिक है कि बेसिक है पानी। ठीक है, तो हुण पानी जिहड़ा वो एसिडिक ज़्यादा अच्छा नहीं हुंदा। ਇਹਦੀ वैल्यू जिहड़ी है 7 ਜਦੋਂ ਹੋਵੇ ਤਾਂ ਉਹ ਨਿਊਟਰਲ ਹੁੰਦੀ ਹੈ, ਨਾ ਐਸਿਡਿਕ है पानी ना बेसिक है। जे 7 ਤੋਂ ਥੱਲੇ ਹੈ ਤਾਂ ਉਹ ਐਸਿਡਿਕ ਹੈ, ਜਿੱਦਾਂ ਉਹਨੇ 6.5 ਲਿਖੀ ਹੋਈ ਹੈ ਤੇ ਇਹ ਐਸਿਡਿਕ ਹੈ। ਔਰ ਅਗਰ ਇਹ ਤੋਂ ਵੱਧ ਹੋਵੇ ਤਾਂ ਐਲਕਲਾਈਨ ਹੈ। ਐਲਕਲਾਈਨ ਪਾਣੀ ਜਿਹੜਾ ਉਹ ਕਿਹਾ ਜਾਂਦਾ ਕਿ ਸਿਹਤ ਦੇ ਲਈ ਠੀਕ ਹੁੰਦਾ, ਪਰ ਇਹ ਵੈਲਿਊ ਜਿਹੜੀ ਹੈ ਉਹ ਠੀਕ ਹੈ 6.5 ਟੂ 8.5 ਦੇ ਰੇਂਜ 'ਚ ਅਗਰ ਤੁਹਾਡੀ ਪੀਐਚ ਹੈ ਪਾਣੀ ਦੀ ਤਾਂ ਉਹ ਪੀਣ ਯੋਗ ਹੈ, ਠੀਕ ਹੈ। ਘੁਲੀ ਆਕਸੀਜਨ ਜਿਹੜੀ ਹੈ ਪਾਣੀ ਦੇ ਵਿੱਚ ਕਿੰਨੀ ਹੈ 6 ਮਿਲੀਗ੍ਰਾਮਸ ਪਰ ਲੀਟਰ, ਠੀਕ ਹੈ, ਐਲ ਹੈ ਇਹ ਲੀਟਰ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਬਾਇਓਕੈਮੀਕਲ ਆਕਸੀਜਨ ਡਿਮਾਂਡ ਇਹ ਕੀ ਹੁੰਦੀ ਹੈ ਕਿ ਜਦੋਂ ਸਾਡਾ ਜਿਹੜਾ ਪਾਣੀ ਹੈ ਉਹ ਪ੍ਰਦੂਸ਼ਿਤ ਹੋਵੇ, ਉਹਦੇ ਵਿੱਚ ਕੁਝ ਆਰਗੈਨਿਕ ਪਦਾਰਥ ਹੋਣ ਤਾਂ ਉਹਨਾਂ ਨੂੰ ਆਕਸੀਜਨ ਚਾਹੀਦੀ ਹੁੰਦੀ ਹੈ ਉਸ ਵੇਸਟ ਪਦਾਰਥ ਨੂੰ ਖਤਮ ਕਰਨ ਦੇ ਲਈ। ਖਤਮ ਕੌਣ ਕਰ ਰਿਹਾ? ਮਾਈਕਰੋਬਸ, ਜਿਹੜੇ ਉਸ ਪਾਣੀ ਦੇ ਵਿੱਚ ਮਾਈਕਰੋਬਸ ਹੈ ਉਹ ਉਸ ਵੇਸਟ ਮਟੀਰੀਅਲ ਨੂੰ ਹੌਲੀ ਹੌਲੀ ਡੀਕੰਪੋਜ਼ ਕਰਦੇ ਆ, ਤੇ ਥੋੜੀ ਆਕਸੀਜਨ ਚਾਹੀਦੀ ਹੈ ਉਹਨਾਂ ਨੂੰ। ਤੇ ਜਿੰਨੇ ਜ਼ਿਆਦਾ ਵੇਸਟ ਮਟੀਰੀਅਲ ਹੋਣਗੇ ਉਨੇ ਉਹਨਾਂ ਸੂਖਮ ਜੀਵਾਂ ਨੂੰ ਉਸ ਨੂੰ ਨਿਪਟਾਉਣ ਦੇ ਲਈ ਜ਼ਿਆਦਾ ਆਕਸੀਜਨ ਦੀ ਜ਼ਰੂਰਤ ਹੋਏਗੀ। ਤੇ ਇਹਦਾ ਮਤਲਬ ਜਿੰਨਾ ਪਾਣੀ ਪ੍ਰਦੂਸ਼ਿਤ ਜ਼ਿਆਦਾ ਹੋਏਗਾ ਉਨੀ ਹੀ ਬਾਇਓਕੈਮੀਕਲ ਆਕਸੀਜਨ ਡਿਮਾਂਡ ਜਿਹੜੀ ਹੈ BOD ਜਿਹਨੂੰ ਸ਼ਾਰਟ ਫਾਰਮ 'ਚ ਅਸੀਂ ਬੋਲਦੇ ਹਾਂ ਜ਼ਿਆਦਾ ਹੋਏਗੀ। ਇਹਦਾ ਮਤਲਬ BOD ਸਾਡਾ ਇੱਕ ਮਾਰਕ ਹੈ ਕਿ ਸਾਨੂੰ ਇਹ ਦੱਸਦਾ ਹੈ ਕਿ ਜਿੰਨੀ ਜ਼ਿਆਦਾ BOD ਹੈ ਕਿਸੇ ਪਾਣੀ ਦੀ, ਮਤਲਬ ਉਹ ਜ਼ਿਆਦਾ ਪ੍ਰਦੂਸ਼ਿਤ ਹੈ। ਜਿੰਨੀ ਘੱਟ ਹੈ BOD ਦੈਟ ਮੀਨਸ ਉਹ ਸ਼ੁੱਧ ਹੈ ਪਾਣੀ। ਤੇ ਇਹ ਹੈ ਕਿ 5 ਦਿਨ ਜਿਹੜੇ ਹੈ ਦੇ ਲਈ ਤੁਸੀਂ ਇਹਨੂੰ ਮਾਪਣਾ, ਤੇ ਇਹ 2 ਮਿਲੀਗ੍ਰਾਮ ਪਰ ਲੀਟਰ ਹੋਣੀ ਚਾਹੀਦੀ ਹੈ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਐਟ ਦਾ 20 ਡਿਗਰੀ ਸੈਲਸੀਅਸ ਟੈਂਪਰੇਚਰ। ਠੀਕ ਹੈ, 20 ਡਿਗਰੀ ਸੈਲਸੀਅਸ, 20 ਡਿਗਰੀ ਹੁਣ ਸੈਲਸੀਅਸ ਇੱਧਰ ਆ ਗਿਆ, ਠੀਕ ਹੈ, ਉਹ ਵੀ ਗਲਤ ਲਿਖਿਆ ਹੋਇਆ ਤੇ ਥੋੜਾ ਠੀਕ ਕਰ ਲੈਣਾ। 20 ਡਿਗਰੀ ਸੈਲਸੀਅਸ ਉੱਤੇ 2 ਮਿਲੀਗ੍ਰਾਮਸ ਪਰ ਲੀਟਰ, ਠੀਕ ਹੈ ਜੀ ਇੱਥੇ। ਸੋ ਇਹ ਨਹੀਂ ਹੋਣੀ ਚਾਹੀਦੀ ਹੈ। ਦੈਨ ਉਸ ਤੋਂ ਬਾਅਦ ਨਹਾਉਣ ਦੇ ਲਈ ਜਿਹੜਾ ਪਾਣੀ ਹੈ ਉਹਨੂੰ B ਕੈਟਾਗਰੀ 'ਚ ਆਪਾਂ ਲੈਂਦੇ ਹਾਂ, ਤਾਂ ਉਹਦੇ ਵਿੱਚ ਜਿਹੜੇ ਈਕੋਲਾਈ ਬੈਕਟੀਰੀਆ ਵਗੈਰਾ ਹੈਗੇ ਇਹਨਾਂ ਦੀ ਜਿਹੜੀ ਵੈਲਿਊ ਹੈ ਉਹ 500 ਜਾਂ ਉਹ ਤੋਂ ਘੱਟ ਹੋਣੀ ਚਾਹੀਦੀ ਹੈ। ਉੱਪਰ ਕਿੰਨੀ ਸੀ 50 ਤੋਂ ਘੱਟ, ਹੁਣ ਨਹਾਉਣ ਵਾਲੇ 'ਚ 500 ਚੱਲ ਜਾਏਗੀ। ਤੇ ਪੀਐਚ ਜਿਹੜੀ ਉਹ ਉਨੀ ਰਹੇਗੀ। ਘੁਲੀ ਹੋਈ ਆਕਸੀਜਨ ਜਿਹੜੀ ਥੋੜੀ ਜਿਹੀ ਘੱਟ 5 ਮਿਲੀਗ੍ਰਾਮਸ ਪਰ ਲੀਟਰ ਜਾਂ ਇਸ ਤੋਂ ਵੱਧ। ਬਾਇਓਕੈਮੀਕਲ ਆਕਸੀਜਨ ਡਿਮਾਂਡ ਜਿਹੜੀ ਉਹ 5 ਦਿਨਾਂ ਦੇ ਵਿੱਚ 20 ਡਿਗਰੀ ਸੈਲਸੀਅਸ ਉੱਤੇ ਸੋ ਕਿੰਨੀ ਹੋਣੀ ਚਾਹੀਦੀ ਹੈ 3 ਮਿਲੀਗ੍ਰਾਮਸ ਪਰ ਲੀਟਰ। ਹੁਣ ਇੱਥੇ ਲਿਖਿਆ ਹੀ ਨਹੀਂ ਹੋਇਆ 3 ਲਿਖਿਆ ਹੀ ਨਹੀਂ ਹੋਇਆ, ਔਰ 20 ਡਿਗਰੀ ਸੈਲਸੀਅਸ ਨੂੰ ਇੱਦਾਂ ਲੱਗ ਰਿਹਾ 200 ਲਿਖਿਆ ਹੋਇਆ। ਠੀਕ ਹੈ, ਸੋ ਇਹ ਠੀਕ ਕਰਨ ਵਾਲੀਆਂ ਚੀਜ਼ਾਂ ਹੈ, ਇਹ ਪਲੀਜ਼ ਇਹਨੂੰ ਕਰ ਲਿਓ ਆਪਣੀ ਬੁੱਕ ਦੇ ਵਿੱਚ। ਤੇ ਪੀਣ ਯੋਗ ਪਾਣੀ ਦਾ ਸਰੋਤ ਹੁਣ ਤੀਜੇ ਨੰਬਰ ਤੇ ਪਰੰਪਰਾਗਤ ਉਪਚਾਰ ਵੀ ਹੋ ਗਿਆ ਤੇ ਕਿਰਮ ਰਹਿਤ ਵੀ, ਮਤਲਬ ਉਹਦੀ ਡਿਸਇਨਫੈਕਸ਼ਨ ਵੀ ਹੈ ਤੇ ਅਸੀਂ ਉਹਦੀ ਟ੍ਰੀਟਮੈਂਟ ਵੀ ਕਰ ਦਿੱਤੀ ਹੋਈ ਹੈ। ਤਾਂ ਪੀਣ ਯੋਗ ਪਾਣੀ ਹੈ C ਕੈਟਾਗਰੀ। ਇਹਦੇ ਵਿੱਚ ਜਿਹੜੇ ਕਲੋਰੀਫਾਰਮ ਜੀਵ ਹੈ ਉਹ ਹੈ 500 ਤੋਂ ਘੱਟ ਹੀ ਹੋਣੇ ਚਾਹੀਦੇ ਹੈ। ਪੀਐਚ ਜਿਹੜੀ ਉਹ 6 to 9 ਹੋਣੀ ਚਾਹੀਦੀ ਹੈ। ਘੁਲੀ ਹੋਈ ਆਕਸੀਜਨ 4 ਮਿਲੀਗ੍ਰਾਮਸ ਪਰ ਲੀਟਰ ਜਾਂ ਵੱਧ ਹੋਣੀ ਚਾਹੀਦੀ ਹੈ। ਤੇ BOD ਜਿਹੜੀ ਉਹ 5 ਦਿਨ 20 ਡਿਗਰੀ ਸੈਲਸੀਅਸ, ਅਗੇਨ ਇਹਨੂੰ ਠੀਕ ਕਰਨਾ 20 ਡਿਗਰੀ ਸੈਲਸੀਅਸ, ਸੋ 3 ਮਿਲੀਗ੍ਰਾਮਸ ਪਰ ਲੀਟਰ ਜਾਂ ਘੱਟ ਹੋਣੀ ਚਾਹੀਦੀ ਹੈ। ਇਹ ਉੱਪਰ ਵਾਲੀ ਵੈਲਿਊ ਦੇ ਬਰਾਬਰ ਹੀ ਹੈ। ਜੰਗਲੀ ਜੀਵਨ ਅਤੇ ਮੱਛਲੀ ਪਾਲਣ ਦੇ ਲਈ ਜਿਹੜਾ ਪਾਣੀ ਹੈ ਉਹਦੀ ਪੀਐਚ ਜਿਹੜੀ ਹੈ 6.5 to 8.5, ਕਿਉਂਕਿ ਉਹਦੇ ਵਿੱਚ ਜਿਹੜੇ ਸੂਖਮ ਜੀਵ ਹੈ ਉਹਨਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ, ਤਾਂ ਇਹ ਪੀਐਚ ਹੋਣੀ ਚਾਹੀਦੀ ਇੰਨੀ। ਕੁੱਲੀ ਆਕਸੀਜਨ 4 ਮਿਲੀਗ੍ਰਾਮਸ ਪਰ ਲੀਟਰ ਜਾਂ ਵੱਧ ਹੋਣੀ ਚਾਹੀਦੀ ਹੈ। ਅਮੋਨੀਆ ਨਾਈਟ੍ਰੋਜਨ ਦੇ ਤੌਰ ਦੇ ਉੱਤੇ ਜਿਹੜੀ ਹੈ ਉਹ 1.2 ਮਿਲੀਗ੍ਰਾਮਸ ਪਰ ਲੀਟਰ ਜਾਂ ਘੱਟ ਹੋਣੀ ਚਾਹੀਦੀ ਹੈ। ਸਿੰਚਾਈ ਉਦਯੋਗਾਂ ਦੇ ਲਈ ਵਿਅਰਥ ਪਦਾਰਥਾਂ ਦਾ ਨਿਪਟਾਰਾ ਕਾਬੂ ਹੇਠ ਕਰਕੇ, ਸੋ ਸਿੰਚਾਈ ਉਦਯੋਗਾਂ ਦੇ ਲਈ ਵਿਅਰਥ ਪਦਾਰਥਾਂ ਦਾ ਨਿਪਟਾਰਾ ਮਤਲਬ ਕਰਕੇ ਨਾ ਉਸ ਤੋਂ ਬਾਅਦ ਜਿਹੜਾ ਉਹ ਉਦਯੋਗਾਂ ਦੇ ਲਈ ਪਾਣੀ ਜਿਹੜਾ E ਕੈਟਾਗਰੀ 'ਚ ਆਉਂਦਾ ਹੈ। ਪੀਐਚ ਉਹਦੀ 6 to 8.5। ਬਿਜਲੀ ਚਾਲਕਤਾ ਉਹਦੀ 20 ਡਿਗਰੀ ਸੈਲਸੀਅਸ ਦੇ ਉੱਤੇ ਮਾਈਕਰੋ ਘੰਟਿਆਂ ਦੇ ਵਿੱਚ ਜਿਹੜੀ ਹੈ ਹੁੰਦੀ ਹੈ ਪਰ ਸੈਂਟੀਮੀਟਰ, ਤਾਂ ਉਹ ਕਿੰਨੀ ਹੁੰਦੀ ਹੈ ਸੋ 2250 ਤੱਕ ਹੋਣੀ ਚਾਹੀਦੀ ਹੈ। ਉਹਦੀ ਬਿਜਲੀ ਕੰਡਕਟਿਵਿਟੀ ਜਿਹੜੀ ਹੈ ਬਿਜਲੀ ਉਹਦੇ 'ਚੋਂ ਕਿੰਨੀ ਜਿਹੜੀ ਹੈ ਉਹਦੇ 'ਚ ਲੰਘ ਸਕਦੀ ਹੈ, ਚਾਲਕਤਾ ਉਹਨੂੰ ਅਸੀਂ ਕਹਿੰਦੇ ਹਾਂ ਬਿਜਲੀ ਚਾਲਕਤਾ। 20 ਡਿਗਰੀ ਸੈਲਸੀਅਸ ਦੇ ਉੱਤੇ ਮਾਈਕਰੋ ਘੰਟਿਆਂ ਦੇ ਲਈ, ਮਤਲਬ ਬਹੁਤ ਘੱਟ ਟਾਈਮ ਦੇ ਲਈ ਪਰ ਸੈਂਟੀਮੀਟਰ, ਸੋ ਕਿੰਨਾ ਡਿਸਟੈਂਸ ਉਹ ਟਰੈਵਲ ਕਰਦੀ ਹੈ, ਤੇ ਇਹ ਹੈ 2250 ਤੱਕ। ਉਸ ਤੋਂ ਬਾਅਦ ਸੋਡੀਅਮ ਨੂੰ ਸੋਖਣ ਦੀ ਸਮਰੱਥਾ ਦਾ ਅਨੁਪਾਤ ਵੱਧ ਤੋਂ ਵੱਧ 26 ਹੋਣਾ ਚਾਹੀਦਾ ਹੈ। ਬੋਰਾਨ, ਠੀਕ ਹੈ, ਇੱਕ ਤੱਤ ਹੈ, ਉਹ ਵੱਧ ਤੋਂ ਵੱਧ 2 ਮਿਲੀਗ੍ਰਾਮ ਪਰ ਲੀਟਰ ਹੋਣਾ ਚਾਹੀਦਾ। ਸੋ ਉਸ ਤੋਂ ਬਾਅਦ ਵਾਤਾਵਰਣੀ ਹਵਾ ਦੇ ਵਿੱਚ ਸ਼ੋਰ ਪ੍ਰਤੀ, ਜਿਹੜਾ ਹੁਣ ਸ਼ੋਰ ਵੀ ਤਾਂ ਇੱਕ ਪ੍ਰਦੂਸ਼ਣ ਹੀ ਹੈ, ਉਹਦੇ ਪ੍ਰਤੀ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ, ਠੀਕ ਹੈ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਸਾਡਾ ਉਹਦਾ ਮਾਨਕ ਜਿਹੜਾ ਉਹ ਕੀ ਹੈ, CPCB ਜਿਹੜਾ ਉਹਦਾ ਮਾਨਕ ਜਿਹੜਾ ਉਹ ਕੀ ਹੈ। ਠੀਕ ਹੈ, ਹੁਣ ਇਹਨੂੰ ਅਸੀਂ ਜਿਹੜੀ ਸਾਡੀ ਆਵਾਜ਼ ਹੈ ਉਹਨੂੰ ਆਪਾਂ ਡੈਸੀਬਲਸ ਦੇ ਵਿੱਚ ਮਾਪਦੇ ਹਾਂ। ਠੀਕ ਹੈ, ਡੈਸੀਬਲਸ DB ਡੈਸੀਬਲਸ, ਰਾਈਟ, ਡੈਸੀਬਲਸ ਦੇ ਵਿੱਚ ਆਪਾਂ ਮਾਪਦੇ ਹਾਂ ਉਹਨੂੰ। ਤਾਂ ਖੇਤਰ ਦਾ ਕੋਡ ABCD, ਠੀਕ ਹੈ, ਖੇਤਰ ਜਾਂ ਜ਼ੋਨ ਦੀ ਸ਼੍ਰੇਣੀ ਉਦਯੋਗਿਕ
ਵਪਾਰਿਕ, ਰਿਹਾਇਸ਼ੀ, ਬਿਨਾਂ ਸ਼ੋਰ ਤੋਂ ਬਿਲਕੁਲ ਸਾਇਲੈਂਟ ਏਰੀਆ ਜਿਹੜਾ ਹਸਪੀਟਲਸ ਵਾਲਾ ਏਰੀਆ ਹੁੰਦਾ ਜਿਹੜਾ, ਜਾਂ ਕੋਰਟਸ ਹੋ ਗਈਆਂ, ਠੀਕ ਹੈ, ਉਹ ਬਿਨਾਂ ਸ਼ੋਰ ਵਾਲਾ ਏਰੀਆ ਕਹਿਲਾਉਂਦਾ। ਤਾਂ ਸੀਮਾ ਜਿਹੜੀ ਹੈ ਡੈਸੀਬਲਸ ਦੇ ਵਿੱਚ ਉਹ ਕੀ ਹੈ, ਠੀਕ ਹੈ, ਦਿਨ ਤੇ ਰਾਤ ਦੀ। ਸੋ ਇਹ 75, ਦੇਖੋ ਮੈਕਸਿਮਮ ਜਿਹੜੀ 80 ਡੈਸੀਬਲਸ ਤੱਕ ਅਸੀਂ ਸੁਣ ਸਕਦੇ ਹਾਂ ਆਵਾਜ਼ ਜਿਹੜੀ ਹੈ। 20 ਡੈਸੀਬਲਸ ਜਿਹੜੀ ਉਹ ਸਭ ਤੋਂ ਸੂਟੇਬਲ ਸਾਊਂਡ ਹੁੰਦੀ ਹੈ ਜਿਹੜੀ ਸਾਡੇ ਲਈ ਕੰਨਾਂ ਦੇ ਲਈ ਹੁੰਦੀ ਹੈ। ਤਾਂ 75 ਉਦਯੋਗਾਂ ਦੇ ਵਿੱਚ, ਦੈਨ ਉਸ ਤੋਂ ਬਾਅਦ 65 ਵਪਾਰਿਕ ਤੇ 55 ਰਾਤ ਦੀ, ਮਤਲਬ ਸਵੇਰ ਦੀ ਤੇ ਸ਼ਾਮ ਦੀ। 55 ਤੇ 45 ਰਿਹਾਇਸ਼ੀ ਇਲਾਕਿਆਂ ਵਿੱਚ, ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ। ਤੇ ਉਸ ਤੋਂ ਬਾਅਦ ਬਿਨਾਂ ਸ਼ੋਰ ਵਾਲੇ ਜਿਹੜੇ 50 ਤੇ 40, ਇਹ ਮਾਪਦੰਡ ਹੈ, ਠੀਕ ਹੈ। ਆਪਾਂ ਮਾਪਦੰਡ ਹੀ ਕਰ ਰਹੇ ਨਾ, ਮਾਪਦੰਡ ਜਿਹੜੇ ਆ ਉਹ ਸਾਊਂਡ ਦੇ ਬਣਾਏ ਹੋਏ ਆ। ਤਾਂ ਹੀ ਉਦਯੋਗਿਕ ਏਰੀਆ ਨੂੰ ਕੀ ਕੀਤਾ ਜਾਂਦਾ, ਸ਼ਹਿਰਾਂ ਤੋਂ ਬਾਹਰ ਰੱਖਿਆ ਜਾਂਦਾ, ਕਿਉਂਕਿ ਉੱਥੇ ਸਾਊਂਡ ਜਿਹੜੀ ਉਹ ਜ਼ਿਆਦਾ ਹੁੰਦੀ ਹੈ, ਤਾਂ ਉਹ ਰਿਹਾਇਸ਼ੀ ਇਲਾਕੇ ਉਹਦੇ ਨੇੜੇ ਨਹੀਂ ਹੋਣੇ ਚਾਹੀਦੇ। ਤਾਂ ਹੁਣ ਦਿਨ ਦਾ ਸਮਾਂ ਜਿਹੜਾ ਆਪਾਂ ਮਾਪਣਾ ਜਦੋਂ ਵੀ ਕੋਈ ਚੀਜ਼, ਤਾਂ ਦਿਨ ਦਾ ਸਮਾਂ 6 ਸਵੇਰ ਦਾ ਲੈ ਕੇ ਰਾਤ ਦੇ 9 ਵਜੇ ਤੱਕ ਮੰਨਿਆ ਜਾਂਦਾ ਹੈ। ਰਾਤ ਦਾ ਸਮਾਂ ਰਾਤ ਦੇ 9 ਵਜੇ ਤੋਂ ਸਵੇਰ ਦੇ 6 ਵਜੇ ਤੱਕ ਮੰਨਿਆ ਜਾਂਦਾ ਹੈ। ਬਿਨਾਂ ਸ਼ੋਰ ਤੋਂ ਖੇਤਰ ਜਿਹੜੇ ਆ ਉਹ ਮੰਨੇ ਜਾਂਦੇ, ਜਿਵੇਂ ਹਸਪਤਾਲ, ਵਿਦਿਅਕ ਸੰਸਥਾਨ ਤੇ ਕਚਹਿਰੀਆਂ ਦੇ ਦੁਆਲੇ 100 ਮੀਟਰ ਤੱਕ ਦਾ ਖੇਤਰ। ਇਹ ਖੇਤਰ ਕਿਸੇ ਯੋਗ ਅਧਿਕਾਰੀ ਦੇ ਦੁਆਰਾ ਹੀ ਘੋਸ਼ਿਤ, ਜਿੱਦਾਂ DM ਹੁੰਦੇ ਆ ਜ਼ਿਲ੍ਹਿਆਂ ਦੇ, ਹੈ ਨਾ, ਤਾਂ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਉਹ ਘੋਸ਼ਿਤ ਕਰਦੇ ਆ। ਇਸ ਖੇਤਰ ਦੇ ਵਿੱਚ ਵਾਹਨਾਂ ਦੇ ਹੌਰਨ ਵਜਾਉਣ, ਲਾਊਡ ਸਪੀਕਰ, ਪਟਾਕੇ ਚਲਾਉਣ ਦੇ ਉੱਤੇ ਪਾਬੰਦੀ ਹੁੰਦੀ ਹੈ। ਖੇਤਰਾਂ ਦੀਆਂ ਮਿਸ਼ਰਤ ਸ਼੍ਰੇਣੀਆਂ, ਉੱਪਰ ਦਿੱਤੀਆਂ 4 ਸ਼੍ਰੇਣੀਆਂ ਦੇ ਵਿੱਚੋਂ ਕੋਈ ਇੱਕ ਦੇ ਤੌਰ ਦੇ ਉੱਤੇ ਕਿਸੇ ਯੋਗ ਅਧਿਕਾਰੀ ਵੱਲੋਂ ਘੋਸ਼ਿਤ ਕੀਤੀ ਜਾਣੀ ਚਾਹੀਦੀ ਹੈ, ਠੀਕ ਹੈ। ਮਿਸ਼ਰਤ ਸ਼੍ਰੇਣੀ ਵੀ, ਉਦਯੋਗ ਵੀ ਹੋਵੇ ਉੱਥੇ ਤੇ ਰਿਹਾਇਸ਼ੀ ਇਲਾਕਾ ਵੀ ਹੋਵੇ, ਇੱਦਾਂ ਦੀ ਕੋਈ ਮਿਸ਼ਰਤ ਅਗਰ ਹੋਵੇ ਤਾਂ ਉਹ ਵੀ DM ਹੀ ਜਿਹੜਾ ਕੋਈ ਅਧਿਕਾਰੀ ਜਿਹੜਾ ਉਹ ਘੋਸ਼ਿਤ ਕਰੇਗਾ, ਤੇ ਸੰਬੰਧਿਤ ਮਾਨਕ ਵੀ ਲਾਗੂ ਕੀਤੇ ਜਾਣਗੇ। ਫਿਰ ਤੇ ਹੁਣ ਆਪਾਂ ਪਹੁੰਚੇ ਕਿ ਵੀ ਡੈਸੀਬਲ ਜਿਹੜਾ ਬ੍ਰੈਕਟ ਦੇ ਵਿੱਚ ਇਹ ਲਿਖਿਆ ਹੋਇਆ ਤੇ LEQ ਤੋਂ ਭਾਵ ਹੈ, ਠੀਕ ਹੈ। ਇਹ ਨਾਲ LEQ ਦੇਖੋ, ਠੀਕ ਹੈ। ਸੋ ਇੱਥੇ ਵੀ ਇਹ ਗਲਤੀ ਹੈ, ਇਹ L ਹੈ, ਠੀਕ ਹੈ। ਸੋ ਦਿਸ ਇਜ਼ LEQ। LEQ ਜਿਹੜਾ ਉਹ ਇਕੁਇਲੈਂਟ ਹੈ ਕੰਟੀਨਿਊਸ ਸਾਊਂਡ ਪ੍ਰੈਸ਼ਰ ਦੇ ਲਈ, ਠੀਕ ਹੈ। ਇਹਨੂੰ ਇਕੁਇਲੈਂਟ, EQ ਮਤਲਬ ਇਕੁਇਲੈਂਟ, ਲੀਨੀਅਰ, ਠੀਕ ਹੈ। L ਮਤਲਬ ਲੀਨੀਅਰ, ਸਾਊਂਡ ਦਾ ਪ੍ਰੈਸ਼ਰ ਜਿਹੜਾ ਨਾ ਉਹਨੂੰ ਮਾਪਣ ਦੀ ਇਕਾਈ ਹੈ ਇਹ। ਤਾਂ ਇਹ ਜਿਹੜੀ ਹੈ ਇਸ ਤੋਂ ਭਾਵ ਹੈ ਆਵਾਜ਼ ਦਾ ਪੱਧਰ ਜੋ ਡੈਸੀਬਲ ਦੇ ਵਿੱਚ ਮਾਪਿਆ ਜਾਂਦਾ ਹੈ ਅਤੇ ਜੋ ਮਨੁੱਖ ਦੀ ਸੁਣਨ ਸ਼ਕਤੀ ਦੇ ਨਾਲ ਸੰਬੰਧਿਤ ਹੈ। ਡੈਸੀਬਲ ਸ਼ੋਰ ਨੂੰ ਮਾਪਣ ਦੀ ਇਕਾਈ ਹੈ। ਡੈਸੀਬਲ LEQ ਵਿਚਲੇ A ਤੋਂ ਭਾਵ ਹੈ ਸ਼ੋਰ ਨੂੰ ਮਾਪਣ ਵੇਲੇ ਉਸ ਦੀ ਤੀਬਰਤਾ ਤੋਂ ਹੈ, ਠੀਕ ਹੈ। ਤੀਬਰਤਾ, ਫਰੀਕੁਐਂਸੀ ਜਿਹਨੂੰ ਅਸੀਂ ਬੋਲਦੇ ਹਾਂ ਇੰਗਲਿਸ਼ ਦੇ ਵਿੱਚ, ਤੀਬਰਤਾ ਤੋਂ ਹੈ, ਉਹਦੀ ਫਰੀਕੁਐਂਸੀ ਕਿੰਨੀ ਹੈ, ਅਤੇ ਮਨੁੱਖੀ ਕੰਨ ਦੇ ਉਸ ਤੀਬਰਤਾ ਦੇ ਪ੍ਰਤੀ ਪ੍ਰਤੀਕਿਰਿਆ ਨੂੰ ਪ੍ਰਗਟ ਕਰਦਾ ਹੈ ਕਿ ਸਾਡਾ ਫਿਰ ਉਹਦੇ 'ਤੇ ਆਵਾਜ਼ ਦੇ ਉੱਤੇ ਕੀ ਰਿਐਕਸ਼ਨ ਹੋਏਗਾ। LEQ ਇਹ ਸ਼ੋਰ ਦੇ ਪੱਧਰ ਦੀ ਇੱਕ ਖਾਸ ਸਮੇਂ ਦੇ ਵਿੱਚ ਦੇ ਲਈ ਊਰਜਾ ਦੀ ਔਸਤ ਹੈ, ਕਿ ਉਸ ਦੇ ਵਿੱਚ ਊਰਜਾ ਕਿੰਨੀ ਹੈ ਸਾਊਂਡ ਦੇ ਵਿੱਚ। ਜਦੋਂ ਹੁਣ ਲਾਊਡ ਸਪੀਕਰ ਵੱਜਦਾ ਹੈ ਤਾਂ ਦੇਖਦੇ ਸਾਨੂੰ ਧੜਕਣ ਜਿਹੜੀ ਸਾਡੀ ਵੱਧ ਜਾਂਦੀ ਹੈ, ਮਤਲਬ ਊਰਜਾ ਮਹਿਸੂਸ ਹੁੰਦੀ ਹੈ, ਠੀਕ ਹੈ। ਤਾਂ ਊਰਜਾ ਜਿਹੜੀ ਉਹਨੂੰ ਅਸੀਂ LEQ, ਇਹਦਾ ਜਿਹੜਾ ਇੰਗਲਿਸ਼ 'ਚ ਵੈਸੇ ਹੈ ਇਕੁਇਲੈਂਟ ਲੀਨੀਅਰ ਸਾਊਂਡ ਪ੍ਰੈਸ਼ਰ, ਰਾਈਟ, ਊਰਜਾ ਨੂੰ ਦਰਸਾਉਂਦਾ ਹੈ ਕਿੰਨੇ ਪ੍ਰੈਸ਼ਰ ਦੇ ਨਾਲ ਸਾਊਂਡ ਜਿਹੜੀ ਆ ਰਹੀ ਹੈ। ਤਾਂ ਇਹ ਸੀਗੇ ਸਾਡੇ ਜਿਹੜੇ ਕੁਝ ਜਿਹੜੇ ਮਾਨਕਾਂ ਦੀ ਮਤਲਬ ਬਣਾਈਆਂ ਹੋਈਆਂ ਸੀਗੀਆਂ ਚਾਰਟ ਜਿਹੜੇ ਉਹ ਤੁਹਾਨੂੰ ਮੈਂ ਸਮਝਾਤੇ। ਉਸ ਤੋਂ ਬਾਅਦ ਵਾਤਾਵਰਣੀ ਪ੍ਰਬੰਧਨ ਦੀ ਪ੍ਰਣਾਲੀ, ਹੁਣ ਇਸ ਦੇ ਵਿੱਚ ਕੁਝ ਜਿਹੜੇ ਸਾਡੀਆਂ ਆਰਗੇਨਾਈਜੇਸ਼ਨਸ ਹੈ ਉਹ ਕੁਝ ਮਾਪਦੰਡ ਤੈਅ ਕਰਦੀਆਂ ਜਿਹੜੇ ਕਿ ਹਰ ਪਦਾਰਥ ਦੇ ਉੱਤੇ ਲੱਗਣੇ ਬਹੁਤ ਜ਼ਰੂਰੀ ਹੁੰਦੇ ਆ। ਤਾਂ ਹੁਣ ਕੁਝ ਸਵੈਚਾਲਿਤ ਸੰਸਥਾਨ, ਸਵੈਚਾਲਿਤ ਜਿਹੜੇ ਨਿੱਜੀ ਸੰਸਥਾਨ ਹੁੰਦੇ ਆ, ਉਹਨਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਨ ਵਾਲੇ ਸੰਸਥਾਨ ਜਿਵੇਂ ISO, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ, ਠੀਕ ਹੈ। ਇਹਦੀ ਫੁੱਲ ਫਾਰਮ ਹੈ, ਇਹ ਆਉਣੀ ਚਾਹੀਦੀ ਹੈ ਬੱਚੋ ਸਾਨੂੰ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ, ਠੀਕ ਹੈ। ਸੋ ਇਹ ਹੈ, ਦਿਸ ਇਜ਼ ਦਾ ਮਾਰਕ, ਠੀਕ ਹੈ। ISO ਬੋਲਦੇ ਹਾਂ ਅਸੀਂ ਇਹਨੂੰ। ਤਾਂ ਇਹ ਸਰਟੀਫਿਕੇਟ ਪ੍ਰਦਾਨ ਕਰਦੇ ਆ ਕਿਸੇ ਵੀ ਉਦਯੋਗ ਨੂੰ ਜੋ ਪ੍ਰੋਡਕਟ ਬਣਾਉਂਦੇ ਆ, ਉਹਦੇ ਲਈ ਮਾਪਦੰਡਾਂ ਦੇ ਉੱਤੇ ਉਹ ਖਰਾ ਉਤਰੇਗਾ ਤਾਂ ਉਹਨੂੰ ISO ਮਾਰਕ ਦਿੱਤਾ ਜਾਏਗਾ, ਰਾਈਟ। ਤੇ ਇਸੇ ਤਰ੍ਹਾਂ IAF, ਇੰਟਰਨੈਸ਼ਨਲ ਐਕ੍ਰੀਡੀਟੇਸ਼ਨ ਫੋਰਮ, ਵੱਖ-ਵੱਖ ਕਿਸਮਾਂ ਦੇ ਉਦਯੋਗਾਂ ਦੀ EMS ਜਾਂ ਵਾਤਾਵਰਣੀ ਪ੍ਰਬੰਧਨ ਪ੍ਰਣਾਲੀ ਨੂੰ ਤਸਦੀਕ ਕਰਦਾ ਹੈ। EMS ਕੀ ਹੈ? ਇਨਵਾਇਰਮੈਂਟਲ ਮੈਨੇਜਮੈਂਟ ਸਿਸਟਮ, ਠੀਕ ਹੈ। ਇਨਵਾਇਰਮੈਂਟਲ ਮੈਨੇਜਮੈਂਟ ਸਿਸਟਮ ਜਿਹੜਾ ਉਦਯੋਗਾਂ ਦਾ ਮਤਲਬ ਕਿ ਉਹ ਸਾਡੇ ਇਨਵਾਇਰਮੈਂਟ ਦੇ ਲਈ ਫਰੈਂਡਲੀ ਹੈਗੇ ਕਿ ਨਹੀਂ, ਉਹ ਕੀ ਉਹਨਾਂ ਦੇ ਲਈ ਕੁਝ ਮਾਨਕ ਜਿਹੜੇ ਉਹ ਸੈੱਟ ਕੀਤੇ ਜਾਂਦੇ ਆ। ਤਾਂ IAF, ਇੰਟਰਨੈਸ਼ਨਲ ਐਕ੍ਰੀਡੀਟੇਸ਼ਨ ਫੋਰਮ, ਇਹ ਅਲੱਗ-ਅਲੱਗ ਕਿਸਮਾਂ ਦੀ EMS ਵਾਤਾਵਰਣੀ ਪ੍ਰਬੰਧਨ ਪ੍ਰਣਾਲੀ ਨੂੰ ਤਸਦੀਕ ਕਰਦਾ ਹੈ।
ਵਾਤਾਵਰਣੀ ਪ੍ਰਬੰਧਨ ਪ੍ਰਣਾਲੀ ਜਿਵੇਂ ਕਿ ISO 14000 ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੈ। ਜਿਹੜੀਆਂ ਇਹ ਸਾਡੀਆਂ ਵਾਤਾਵਰਣੀ ਪ੍ਰਬੰਧਨ ਦੇਖੋ ਪ੍ਰਣਾਲੀ ਹੈ, ਉਹਨੂੰ ਅਸੀਂ ਬੋਲਦੇ ISO 14000 ਦੀ ਸੀਰੀਜ਼ ਦੇ ਵਿੱਚ ਆਉਂਦਾ ਇਹ। ਇਹਦੇ ਜਿੱਦਾਂ 14001 14002 ਇੱਦਾਂ ਇਹ ਸਾਰਾ, ਪਰ ਜਿਹੜਾ ISO 14000 ਦੀ ਸੀਰੀਜ਼ ਹੈ ਉਹ ਸਾਰੀ ਵਾਤਾਵਰਣੀ ਪ੍ਰਬੰਧਨ ਪ੍ਰਣਾਲੀ ਦੇ ਨਾਲ ਹੀ ਜਿਹੜੇ ਕੋਈ ਸਰਟੀਫਿਕੇਟ ਕਿਸੇ ਨੂੰ ਦੇਣੇ ਹੈ ਕਿ ਵੀ ਉਹ ਉਦਯੋਗ ਜਿਹੜਾ ਉਹ ਵਾਤਾਵਰਣ ਪ੍ਰਬੰਧਨ ਦੇ ਮਾਪਦੰਡਾਂ ਨੂੰ ਮੰਨ ਰਿਹਾ ਕਿ ਨਹੀਂ ਮੰਨ ਰਿਹਾ, ਤਾਂ ਉਹਨੂੰ ਸਰਟੀਫਿਕੇਟ ਦੇਣਾ ਹੈ ਕਿ ਨਹੀਂ ਦੇਣਾ, ਇਹ ਸਾਰਾ ਇਸ 'ਚ ਆਉਂਦਾ ਹੈ। ਤੇ ਇੱਦਾਂ ਦੇ ISO ਬਹੁਤ ਸਾਰੇ ਹੁੰਦੇ ਆ, ਜਿੱਦਾਂ ਇੱਕ 9000 ਹੈ, ਠੀਕ ਹੈ, ਸੋ ਦੀ ਸੀਰੀਜ਼ ਹੈ 9000 ਦੀ ਸੋ ਸੀਰੀਜ਼ ਹੈ। ਤੁਸੀਂ ਸੋਚ ਰਹੇ ਹੋਣੇ ਕਿ ISO ਦੇ ਨਾਲ ਇਹ ਲਿਖੇ ਰਹਿੰਦੇ ਆ ਇੱਦਾਂ, ਤੇ ਇਹ ਕੀ ਚੀਜ਼ ਹੈ? ਤਾਂ ਇਹ ਅਲੱਗ-ਅਲੱਗ ਚੀਜ਼ਾਂ ਦੇ ਲਈ ਹੈ, ਠੀਕ ਹੈ। ਇਹ ਕੁਆਲਿਟੀ ਦੇ ਲਈ 9000 ਵਾਲੀ ਜਿਹੜੀ ਸੀਰੀਜ਼ ਹੈ, ਇਹ ਕੁਆਲਿਟੀ ਕਿਸੇ ਵੀ ਪ੍ਰੋਡਕਟ ਦੀ ਜਿਹੜੀ ਕੁਆਲਿਟੀ ਹੈ ਉਹਦੇ ਲਈ ਹੈ, ਠੀਕ ਹੈ। ਇੱਦਾਂ 9001 9002 ਇੱਦਾਂ ਆਏਗਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਇਹ ਬਹੁਤ ਸਾਰੀ ਤਰ੍ਹਾਂ ਦੇ ਮਾਰਕ ਹੈਗੇ ਆ। ਤਾਂ ਅਗਰ ਤੁਸੀਂ ਇਹਨਾਂ ਨੂੰ ਨੈੱਟ ਦੇ ਉੱਤੇ ਜਾ ਕੇ ਪੜ੍ਹੋਗੇ ਤਾਂ ਕਈ ਤਰ੍ਹਾਂ ਦੇ ਹੈ ਜਿਹੜੇ ਅਲੱਗ-ਅਲੱਗ ਚੀਜ਼ਾਂ ਦੇ ਲਈ ਹੈ। ਇਹ ਚਾਹੁੰਦੇ ਹਨ ਕਿ ਵਾਤਾਵਰਣੀ ਪ੍ਰਬੰਧਨ ਦੀਆਂ ਪ੍ਰਕਿਰਿਆਵਾਂ ਸਮੇਂ ਉਚਿਤ ਮਾਪਦੰਡ ਅਪਣਾਏ ਜਾਣ, ਉਹਨਾਂ ਦੇ ਅਸਲ ਇਸਤੇਮਾਲ ਦਰਸਾਏ ਜਾਣ, ਨਿਕਾਸ ਦੇ ਸੁਝਾਏ ਗਏ ਮਾਪਦੰਡਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਏ। ਇਹ ਸਾਰੇ ਮਾਪਦੰਡ ਹੈ, ਜਦੋਂ ਕੋਈ ਉਦਯੋਗ ਇਹਨਾਂ ਨੂੰ ਮੰਨਦਾ ਹੈ ਤਾਂ ਉਹਨਾਂ ਨੂੰ ਫਿਰ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ। ISO 19011 ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ ਦੁਆਰਾ ਤਿਆਰ ਕੀਤਾ ਗਿਆ ਇੱਕ ਦਸਤਾਵੇਜ਼ ਹੈ, ਠੀਕ ਹੈ। ਸੋ ਇਹ ISO ਜਿਹੜਾ ਆਪਾਂ ਜਿਹਨੂੰ ਕਹਿੰਦੇ ਆ ਉਹਦਾ ਫੁੱਲ ਫਾਰਮ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ ਜਿਹੜੀ ਹੈ ਉਹਦੇ ਦੁਆਰਾ ਇੱਕ ਦਸਤਾਵੇਜ਼ ਹੈ। ਸੋ ਇਹ ਕਿਸੇ ਸੰਸਥਾ ਨੂੰ ਸਮਾਂ, ਪੈਸਾ ਅਤੇ ਕੋਸ਼ਿਸ਼ ਵਰਗੇ ਸਰੋਤ ਬਚਾਉਣ ਦੇ ਲਈ ਪ੍ਰਦਾਨ ਕਰਦਾ ਹੈ ਕਿ ਤੁਸੀਂ ਇੱਦਾਂ ਦੇ ਮਿਆਰ ਜਿਹੜੇ ਸੈੱਟ ਕਰੋ ਕਿ ਵੀ ਤੁਹਾਡਾ ਪੈਸਾ ਵੀ ਬਚੇ, ਠੀਕ ਹੈ। ਕਾਸਟ ਜਿਹੜਾ ਪ੍ਰੋਫਿਟ ਵਾਲਾ ਜਿਹੜਾ ਤੁਹਾਡਾ ਐਨਾਲਿਸਿਸ ਆਪਾਂ ਕੀਤਾ ਸੀਗਾ ਤਾਂ ਉਹ ਵੀ ਠੀਕ ਰਵੇ, ਸਮਾਂ ਵੀ ਘੱਟ ਲੱਗੇ ਕਿਸੇ ਚੀਜ਼ ਨੂੰ ਉਤਪਾਦਨ ਕਰਨ ਦੇ ਵਿੱਚ, ਸਾਡੇ ਵਾਤਾਵਰਨ ਨੂੰ ਵੀ ਨੁਕਸਾਨ ਨਾ ਪਹੁੰਚੇ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਉਹਨਾਂ ਨੂੰ ਗਾਈਡੈਂਸ ਦਿੰਦਾ ਹੈ। ਵਾਤਾਵਰਨ ਦੇ ਪ੍ਰਬੰਧਨ ਦੇ ਲਈ ਸਪਸ਼ਟ ਸਿਧਾਂਤ ਹੈ ਇਹਦੇ। ਪ੍ਰਬੰਧਨ ਦੇ ਜਾਂਚ ਪੜਤਾਲ ਪ੍ਰੋਗਰਾਮਾਂ ਦੇ ਲਈ ਦਿਸ਼ਾ ਨਿਰਦੇਸ਼ ਹੁੰਦੇ ਇਹਦੇ 'ਚ, ਠੀਕ ਹੈ। ਜਾਂਚ ਪੜਤਾਲ ਕਰਨ ਦੇ ਅੰਦਰੂਨੀ ਤੇ ਬਾਹਰੀ ਜਾਂਚ ਪੜਤਾਲ ਸੰਬੰਧੀ ਵੀ ਦਿਸ਼ਾ ਨਿਰਦੇਸ਼ ਹੁੰਦੇ ਹੈ। ਜਾਂਚ ਪੜਤਾਲ ਕਰਨ ਵਾਲੇ ਅਧਿਕਾਰੀਆਂ ਦੀ ਯੋਗਤਾ ਦੇ ਬਾਰੇ ਵੀ ਸਲਾਹ ਹੁੰਦੀ ਹੈ ਕਿ ਜਦੋਂ ਅਸੀਂ ਅਧਿਕਾਰੀ ਚੁਣਨੇ ਤਾਂ ਉਹਨਾਂ ਦੀ ਯੋਗਤਾ ਕੀ ਹੋਣੀ ਚਾਹੀਦੀ, ਉਹਦੇ ਲਈ ਵੀ ਇਹਦੇ 'ਚ। ਤੇ ਇਹ ਸਾਰੀ ਜਿਹੜੇ ਦਸਤਾਵੇਜ਼ ਹੈ ਇਹ ਸਾਰੀਆਂ ਚੀਜ਼ਾਂ ਨੂੰ ਨਿਰਧਾਰਿਤ ਕਰਦਾ ਹੈ, ਮਾਪਦੰਡ ਬਣਾਉਂਦਾ ਹੈ। ISO 14000 ਲੜੀ ਜਿਹੜੀ ਹੈ ਇਹ ਯੂਰਪੀਅਨ ਕਮਿਸ਼ਨ ਦੇ ਦੁਆਰਾ ਕਮੇਟੀ ਡੀ ਨਾਰਮਲਾਈਜੇਸ਼ਨ, ਠੀਕ ਹੈ, ਜਿਹਨੂੰ ਅਸੀਂ CEN ਬੋਲਦੇ ਹਾਂ, ਦੀਆਂ ਸਿਫਾਰਸ਼ਾਂ ਦੇ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜੋ ਯੂਰਪੀਅਨ ਯੂਨੀਅਨ ਸਟੈਂਡਰਡਾਈਜੇਸ਼ਨ ਬੋਡੀ ਹੈ। ਇਹ ISO 9000 ਤੋਂ ਹੀ ਬਣੀ ਹੈ, ਠੀਕ ਹੈ। ਇਹਦਾ ਮਤਲਬ ਪਹਿਲਾਂ ਸੀਗਾ 9000, ਉਹਦੇ ਤੋਂ ਹੀ ਬਣੀ ਹੈ, ਪਰ ਇਹ ਹੁਣ 9000 ਕੁਆਲਿਟੀ ਦੇ ਲਈ ਰੱਖ ਦਿੱਤਾ ਗਿਆ ਤੇ ਇਹਨੂੰ ਆਪਾਂ ਵਾਤਾਵਰਨ ਦੇ ਪ੍ਰਬੰਧਨ ਦੇ ਲਈ ਕਰ ਲਿਆ। ਪਰੰਤੂ ਇਸ ਦੇ ਮਕਸਦ ਜਿਹੜੇ ਹੈ ਉਹ 9000 ਤੋਂ, ਮਤਲਬ 14000 ਵਾਲੀ ਜਿਹੜੀ ਸੀਰੀਜ਼ ਹੈ ਉਹਦੇ 9000 ਤੋਂ ਵੱਧ ਜਿਹੜੇ ਉੱਚੇ ਲੈਵਲਸ ਹੈ, ਠੀਕ ਹੈ, ਮਾਪਦੰਡ ਥੋੜ੍ਹੇ ਉੱਚੇ ਹੈ। ਇਸ ਦੇ ਮਕਸਦ ਗੁਣਵੱਤਾ ਦੇ ਮਿਆਰਾਂ ਤੋਂ ਵੱਧ ਵਿਸ਼ਾਲ ਹਨ। ਇਹ ਚਾਹੁੰਦੀ ਹੈ ਕਿ ਸੰਸਥਾਵਾਂ ਕੱਚੇ ਮਾਲ ਤੋਂ ਲੈ ਕੇ ਤਿਆਰ ਮਾਲ ਤੱਕ ਹਰੇਕ ਪਹਿਲੂ ਦੇ ਨਾਲ ਸੰਬੰਧਿਤ ਹੋਣ। ਮਤਲਬ ਇਹ ਕੱਚਾ ਮਾਲ ਲਿਆਉਣਾ ਉਹ ਕਿੱਦਾਂ ਦਾ ਹੋਣਾ ਚਾਹੀਦਾ, ਉਹਦੇ ਮਿਆਰ ਕੀ ਹੋਣੇ ਚਾਹੀਦੇ ਆ, ਉਹ ਤੋਂ ਬਾਅਦ ਤਿਆਰ ਕਰਨਾ ਮਾਲ ਨੂੰ, ਉਹ ਤਿਆਰ ਮਾਲ ਜਿਹੜਾ ਉਹ ਜਦੋਂ ਬਾਹਰ ਵਿਕਣ ਦੇ ਲਈ ਜਾਣਾ ਹੈ ਤਾਂ ਉਹਦੇ ਮਾਪਦੰਡ ਕੀ ਹੋਣੇ ਚਾਹੀਦੇ ਆ, ਉਹ ਸਾਰਾ ਕੁਝ ਜਿਹੜਾ ਇਹਦੇ 'ਚ ਬਿਲਕੁਲ ਸਪਸ਼ਟ ਗਾਈਡਲਾਈਨਸ ਹੈਗੀਆਂ। ਤਾਂ ਉਹਨਾਂ ਨੂੰ, ਹਰ ਕੰਪਨੀ ਨੂੰ ਉਹਨਾਂ ਨੂੰ ਪੂਰਾ ਕਰਨਾ ਪਏਗਾ, ਉਦਯੋਗ ਨੂੰ ਪੂਰਾ ਕਰਨਾ ਪਏਗਾ, ਤੇ ਤਾਂ ਹੀ ਉਹਨਾਂ ਨੂੰ ਇਹ ਸਰਟੀਫਿਕੇਟ ਮਿਲੇਗਾ। ਮਤਲਬ ਇਹਦੇ ਵਿੱਚ ਜਿਹੜੇ ਲੋਕ ਅਧਿਕਾਰੀ ਜਿਹੜੇ ਚੈੱਕ ਕਰਦੇ ਉਹ ਵੀ ਬੜੇ ਇਸ ਮਾਮਲੇ ਦੇ ਵਿੱਚ ਪੂਰੇ ਹੁੰਦੇ ਆ, ਟ੍ਰੇਨਡ ਹੁੰਦੇ ਆ। ਹੁਣ ਉਸ ਤੋਂ ਬਾਅਦ ਇਸੇ ਤਰ੍ਹਾਂ BS 7750 ਬ੍ਰਿਟਿਸ਼ ਸਟੈਂਡਰਡਸ, ਠੀਕ ਹੈ। ਸੋ ਇਹਨੂੰ BS ਵਾਤਾਵਰਣੀ ਪ੍ਰਬੰਧਨ ਪ੍ਰਣਾਲੀ ਦੇ ਵਿਕਾਸ ਦੀਆਂ ਵੱਖ-ਵੱਖ ਹਾਲਤਾਂ ਨੂੰ ਖਾਸੀਅਤ ਪ੍ਰਦਾਨ 9000 ਸੀਗਾ ਪਹਿਲਾਂ, ਉਸ ਤੋਂ ਇਹ ਸੀਗਾ 7750, ਫਿਰ ਇਹ ਆਇਆ 9000 ਵਾਲੀ ਸੀਰੀਜ਼ ਆਈਆਂ, ਫਿਰ ਉਹ ਤੋਂ ਬਾਅਦ 14001 ਵਾਲੀ ਸੀਰੀਜ਼ ਜਿਹੜੀ ਆਈ। ISO ਦੇ ਲੋਗੋ, ਹੁਣ ਇਹਦੀ ਵਰਤੋਂ, ਠੀਕ ਹੈ, ਲੋਗੋ ਲਗਾਉਣਾ ਪਏਗਾ ਨਾ, ਲੋਗੋ ਜਿਹੜਾ ਇਹ ਤੁਸੀਂ ਉੱਪਰ ਦੇਖਿਆ ਉਹ ਲੋਗੋ ਹੈ ਉਹਦਾ। ਸੋ ISO ਦਾ ਲੋਗੋ ਇੱਕ ਪ੍ਰਮਾਣਿਕ ਸੂਚੀ ਜਾਂ ਵਪਾਰ ਚਿੰਨ੍ਹ ਹੈ। ਸੋ ਜਿੰਨੀ ਦੇਰ ਕਿਸੇ ਅਧਿਕਾਰੀ ਤੋਂ ਆਗਿਆ ਨਾ ਲਈ ਜਾਵੇ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਮਤਲਬ ਹਰ ਬੰਦਾ ਨਹੀਂ ਨਾ ਕਰ ਸਕਦਾ, ਜਿਹੜਾ ਡਿਪਾਰਟਮੈਂਟ ISO ਸਰਟੀਫਿਕੇਟ ਦਿੰਦਾ ਹੈ ਉਹ ਹੀ ਕਰੇਗਾ। ISO ਅਧਿਕਾਰੀ ਇਸ ਦੀ ਵਰਤੋਂ ਦੀ ਆਗਿਆ ਉਦੋਂ ਤੱਕ ਨਹੀਂ ਦੇਵੇਗਾ ਜਿੰਨੀ ਦੇਰ ਤੱਕ ਉਹ ਸੰਬੰਧਿਤ ਕਿਰਿਆਵਾਂ ਦੀ ਪੜਤਾਲ ਨਾ ਕਰ ਲਵੇ। ਪੂਰੀ ਜਿਹੜੀ ਇੱਕ ਟੀਮ ਜਾਂਦੀ ਹੈ ਉਦਯੋਗ ਦੇ ਵਿੱਚ, ਕਿਸੇ ਵੀ ਉਦਯੋਗ ਦੇ ਵਿੱਚ, ਉੱਥੇ ਦੇ ਸਾਰੇ ਸਟੈਂਡਰਡਸ ਨੂੰ, ਮਾਪਦੰਡਾਂ ਨੂੰ ਚੈੱਕ ਕਰਦੀ ਹੈ, ਫਿਰ ਇਹ ਦਿੱਤਾ ਜਾਂਦਾ ਹੈ।
इस दे विच प्रबंधन प्रणाली का सर्टिफिकेट है ते उत्पाद ते सेवावां पदार्थ जां व्यक्ति आदि शामिल हैं। मतलब ये चीज़ां जिन्हां दे उत्ते सर्टिफिकेट दिता जा सकता है। उत्पाद कोई उन्होंने सर्टिफिकेट मिल सकता, कोई सेवा तुसी सर्विसेज दे रहे हो तो उन्होंने सर्टिफिकेट मिल सकता, पदार्थ कोई बनाया उन्होंने सर्टिफिकेट मिल सकता, व्यक्ति को ईवन सर्टिफिकेट मिल सकता है। इत्थों तक कि जदों ये सर्टिफिकेट ISO के दिते म्यारां की पुष्टि ना करते होण, जिवें कि मतलब ये ISO, तो उदों तक मतलब जे ना करन तो फिर ये नहीं दिता जाता सर्टिफिकेट। इको मार्क स्कीम, हुण आपां ISO कर लिया तो हुण इको मार्क स्कीम के उत्ते आ जाते हैं। तो हुण ਆਪਾਂ ਹਰੇ ਉਦਯੋਗ ਪੜ੍ਹੇ ਸੀਗੇ, ਠੀਕ ਹੈ, ਜਿਹੜੇ ਸਾਡੇ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਤਾਂ ਉਹਨਾਂ ਦੇ ਲਈ ਵੀ ਆਪਾਂ ਇੱਕ ਇਹ ਲੋਗੋ ਰੱਖਿਆ ਹੋਇਆ ਹੈ। ਕਿਸੇ ਉਤਪਾਦ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਾਤਾਵਰਨ ਨਾਲ ਸੁਮੇਲ ਰੱਖਦੇ ਉਤਪਾਦਾਂ ਉੱਪਰ ਇੱਕ ਲੇਬਲ ਲਗਾਇਆ ਜਾਵੇਗਾ ਕਿ ਇਹ ਸਕੀਮ ਰਾਸ਼ਟਰੀ ਪੱਧਰ 'ਤੇ ਹੀ ਹੋਵੇਗੀ ਅਤੇ ਘਰੇਲੂ ਤੇ ਹੋਰ ਵਰਤੋਂ ਵਾਲੇ ਉਤਪਾਦਾਂ ਨੂੰ ਮਾਨਤਾ ਦਿੰਦੀ ਹੈ ਅਤੇ ਲੇਬਲ ਲਗਾਉਂਦੀ ਹੈ। ਜਿਹੜੇ ਅਸੀਂ ਘਰੇਲੂ ਚੀਜ਼ਾਂ ਵਰਤਦੇ ਹਾਂ, ਠੀਕ ਹੈ, ਉਹਨਾਂ ਦੇ ਲਈ ਹੈ ਇਹ ਘਰੇਲੂ ਚੀਜ਼ਾਂ ਦੇ ਲਈ। ਔਰ ਇਹ ਸਕੀਮ ਜਿਹੜੀ ਹੈ ਰਾਸ਼ਟਰੀ ਪੱਧਰ 'ਤੇ ਹੀ ਹੈ, ਇਹ ਸਟੇਟਸ ਲੈਵਲ 'ਤੇ ਨਹੀਂ ਹੈ। ਜੋ ਉਤਪਾਦਾਂ ਦੇ ਭਾਰਤੀ ਮਾਨਕਾਂ ਦੀਆਂ ਗੁਣਵੱਤਾ ਸੰਬੰਧੀ ਜ਼ਰੂਰਤਾਂ ਅਤੇ ਵਾਤਾਵਰਣੀ ਤਰੀਕਿਆਂ ਦੇ ਅਨੁਸਾਰ ਸਹੀ ਪਾਈਆਂ ਜਾਂਦੀਆਂ ਹਨ। ਕਿ ਜਦੋਂ ਵੀ ਇਹ ਚੀਜ਼ ਜਿਹੜੀ ਹੈ ਮੰਨ ਲਓ ਕੋਈ ਵੀ ਬਣਾਈ ਗਈ ਹੈ ਤਾਂ ਉਹ ਵਾਤਾਵਰਣੀ ਮਾਨਕਾਂ ਨੂੰ ਪੂਰੇ ਕਰਦੇ ਹੋਏ ਹੀ ਬਣਾਈ ਗਈ ਹੈ ਔਰ ਜ਼ਰੂਰਤ ਦੇ ਮੁਤਾਬਕ ਜਿਹੜੀ ਉਹਦੀ ਗੁਣਵੱਤਾ ਹੈ, ਤਾਂ ਫਿਰ ਅਸੀਂ ਉਹਨੂੰ ਇਕੋ ਮਾਰਕ ਦਾ ਲੇਬਲ ਦੇਵਾਂਗੇ। ਲੇਬਲ ਨੂੰ ਇਕੋ ਮਾਰਕ ਕਹਿੰਦੇ ਆਪਾਂ ਇਹਨੂੰ, ਠੀਕ ਹੈ। ਅਤੇ ਇਸ ਦਾ ਨਮੂਨਾ ਇਹ ਵਾਲਾ ਹੈ, ਘੜੇ ਦਾ ਨਿਸ਼ਾਨ ਜਿਹੜਾ ਤੁਸੀਂ ਦੇਖ ਰਹੇ ਹੋ, ਠੀਕ ਹੈ। ਸੋ ਇਹ ਵਾਲਾ ਇਹ ਘੜੇ ਦਾ ਨਿਸ਼ਾਨ ਜਿਹੜਾ ਇਹ ਲਗਾਇਆ ਜਾਂਦਾ ਹੈ। ਜਿਸ ਵੀ ਜਿਹੜਾ ਵੀ ਉਤਪਾਦ ਜਿਹੜਾ ਵਾਤਾਵਰਣੀ ਤਰੀਕਿਆਂ ਦੇ ਨਾਲ ਬਣਾਇਆ ਜਾਂਦਾ, ਉਹ ਵਾਤਾਵਰਨ ਨੂੰ ਕੋਈ ਮਤਲਬ ਬਣਨ ਵੇਲੇ ਤੇ ਉਹਦੇ ਖਤਮ ਹੋਣ ਵੇਲੇ ਤੱਕ, ਕਿ ਕੋਈ ਵੀ ਚੀਜ਼ ਜਿਹੜੀ ਹੈ, ਜਿੱਦਾਂ ਹੁਣ ਮੰਨ ਲਓ ਕਿ ਆਪਾਂ ਕੱਪ ਲੈ ਕੇ ਆਉਂਦੇ ਹਾਂ, ਤਾਂ ਕੱਪ ਜਦੋਂ ਬਣਿਆ ਤੇ ਕੱਪ ਜਦੋਂ ਟੁੱਟ ਕੇ ਬਾਹਰ ਆਪਾਂ ਸਿੱਟ ਦਿੱਤਾ, ਤਾਂ ਉਦੋਂ ਤੱਕ ਇਹ ਦੇਖਣਾ ਕਿ ਵੀ ਉਹ ਸਾਡੇ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ, ਤਾਂ ਫਿਰ ਉਹਦੇ ਤੇ ਇਕੋ ਮਾਰਕ ਲੱਗੇਗਾ। ਤਾਂ ਇਸ ਦਾ ਨਮੂਨਾ ਜਿਹੜਾ ਆਪਾਂ ਦਰਸਾਤਾ, ਕੋਈ ਵੀ ਉਤਪਾਦ ਜੋ ਅਜਿਹੇ ਤਰੀਕੇ ਨਾਲ ਬਣਿਆ ਹੋਵੇ, ਵਰਤਿਆ ਜਾਏ ਜਾਂ ਠਿਕਾਣੇ ਲਗਾਏ, ਠਿਕਾਣੇ ਆ ਗਿਆ ਨਾ ਕਿ ਵੀ ਉਹਨੂੰ ਖਤਮ ਕੀਤਾ ਜਾਵੇ, ਤਾਂ ਫਿਰ ਜਿਸ ਦੇ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਪੁੱਜੇ, ਉਸ ਨੂੰ ਵਾਤਾਵਰਨ ਦੇ ਨਾਲ ਸੁਮੇਲ ਰੱਖਦੇ ਉਤਪਾਦ ਕਹਿੰਦੇ ਹਨ। ਭਾਰਤ ਵਿੱਚ ਇਕੋ ਮਾਰਕ ਦੇ ਲਈ ਮਿੱਟੀ ਦੇ ਘੜੇ ਦੇ ਨਮੂਨੇ ਨੂੰ ਚੁਣਿਆ ਗਿਆ ਹੈ। ਆਮ ਜਾਣਿਆ ਜਾਂਦਾ ਹੈ ਕਿ ਮਿੱਟੀ ਦਾ ਘੜਾ ਬਣਾਉਣ ਦੇ ਲਈ ਇੱਕ ਨਿਵਿਆਉਣਯੋਗ ਸਰੋਤ, ਮਤਲਬ ਮਿੱਟੀ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਨਿਵਿਆਉਣਯੋਗ ਸਰੋਤ ਤਾਂ ਸਮਝਦੇ ਹੋ ਕਿ ਵੀ ਜਿਨ੍ਹਾਂ ਨੂੰ ਆਪਾਂ ਦੁਬਾਰਾ ਪੈਦਾ ਕਰ ਸਕਦੇ ਹਾਂ। ਕੋਈ ਖਤਰਨਾਕ ਪਦਾਰਥ ਨਹੀਂ ਪੈਦਾ ਕਰਦਾ। ਬਣਾਉਣ ਵੇਲੇ ਬਹੁਤ ਘੱਟ ਮਾਤਰਾ ਦੇ ਵਿੱਚ ਊਰਜਾ ਦੀ ਖਪਤ ਹੁੰਦੀ ਹੈ। ਠੋਸ ਅਤੇ ਸੁਚੱਜਾ ਆਕਾਰ ਤਾਕਤ ਅਤੇ ਕੋਮਲਤਾ ਦੋਵਾਂ ਨੂੰ ਦਰਸਾਉਂਦੀ ਹੈ, ਜੋ ਪ੍ਰਸਥਿਤਿਕ ਪ੍ਰਬੰਧ ਦਾ ਹੀ ਗੁਣ ਹੈ। ਤਾਂ ਮਤਲਬ ਇਹ ਜਿਹੜਾ ਘੜੇ ਦਾ ਲਿਆ ਹੈ, ਇਹ ਘੜਾ ਇਸ ਲਈ ਲਿਆ ਕਿਉਂਕਿ ਘੜਾ ਖੁਦ ਜਦੋਂ ਅਸੀਂ ਬਣਾਉਂਦੇ ਹਾਂ ਜਾਂ ਉਹ ਟੁੱਟ ਜਾਂਦਾ ਤਾਂ ਉਹਨੂੰ ਨਿਪਟਾਉਂਦੇ ਹਾਂ, ਤਾਂ ਉਹ ਸਾਡੇ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਇਹਨੂੰ ਬਣਨ ਵੇਲੇ ਬਹੁਤ ਘੱਟ ਊਰਜਾ ਦੀ ਖਪਤ ਹੁੰਦੀ ਹੈ। ਇਹ ਮਿੱਟੀ ਸਿਰਫ ਅਸੀਂ ਨਿਵਿਆਉਣਯੋਗ ਸਰੋਤ ਜਿਹੜਾ ਸਾਡਾ ਉਹਦੀ ਹੀ ਇਸਤੇਮਾਲ ਕਰਦੇ ਹਾਂ। ਇਸ ਲਈ ਸੋ ਅਸੀਂ ਉਹਨਾਂ ਉਤਪਾਦਾਂ ਦੇ ਉੱਤੇ ਵੀ ਹੁਣ ਇਹਨੂੰ ਘੜੇ ਦੇ ਨਿਸ਼ਾਨ ਨੂੰ ਲਗਾ ਸਕਦੇ ਹਾਂ, ਇਕੋ ਮਾਰਕ ਨੂੰ ਲਗਾ ਸਕਦੇ ਹਾਂ, ਜਿਹੜੇ ਇਹ ਸਾਰੇ ਮਾਪਦੰਡਾਂ ਨੂੰ ਵਾਤਾਵਰਨ ਦੇ ਮੰਨ ਕੇ ਬਣਾਏ ਗਏ ਹੋਣ। ਕਿਸੇ ਉਤਪਾਦ ਦੇ ਉੱਪਰ ਲਿਖਿਆ ਇਕੋ ਮਾਰਕ ਸਕੀਮ ਦਾ ਲੋਗੋ ਇਹ ਦਰਸਾਉਂਦਾ ਹੈ ਕਿ ਇਹ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਂਦਾ ਹੈ। ਇਹ ਕਸੌਟੀ ਵੀ ਪਾਲਣੇ ਤੋਂ ਕਬਰ ਤੱਕ, ਮਤਲਬ ਬਣਨ ਤੋਂ ਖਤਮ ਹੋਣ ਤੱਕ ਦੀ ਪਰਖੀ ਜਾਂਦੀ ਹੈ, ਜਿਸ ਤੋਂ ਭਾਵ ਹੈ ਕਿ ਕੱਚੇ ਮਾਲ ਦੇ ਨਿਰੀਖਣ ਤੋਂ ਲੈ ਕੇ ਉਤਪਾਦਨ ਅਤੇ ਠਿਕਾਣੇ ਲਗਾਉਣ ਤੱਕ। ਇਕੋ ਮਾਰਕ ਦਾ ਲੇਬਲ ਵਰਤੋਂਯੋਗ ਅਜਿਹੀਆਂ ਵਸਤਾਂ ਉੱਪਰ ਲਗਾਇਆ ਜਾਂਦਾ ਹੈ ਜੋ ਵਾਤਾਵਰਨ ਦੇ ਲਈ ਨਿਰਧਾਰਤ ਵਿਧੀਆਂ ਅਪਣਾਉਂਦੀਆਂ ਹਨ ਅਤੇ ਭਾਰਤੀ ਮਾਨਕਾਂ ਦੀ ਗੁਣਵੱਤਾ ਸੰਬੰਧੀ ਜ਼ਰੂਰਤਾਂ 'ਤੇ ਖਰਾ ਉਤਰਦੀਆਂ ਹਨ, ਤਾਂ ਉਹਨਾਂ ਨੂੰ ਆਪਾਂ ਇਕੋ ਮਾਰਕ ਦਾ ਨਿਸ਼ਾਨ ਦਿੰਦੇ ਹਾਂ। ਇਹ ਸੀਗਾ ਸਟੂਡੈਂਟਸ ਸਾਡਾ ਤੀਸਰਾ ਪੁਆਇੰਟ, ਠੀਕ ਹੈ। ਸੋ ਥੈਂਕ ਯੂ ਫॉर ਦ ਲਿਸਨਿੰਗ ਦਿਸ lecture. Now we will do the lecture 4 in the next video. Please subscribe my channel and like and share the video. Thank you so much.